ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ਼੍ਰੀ ਗੁਰ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਜੀ ਬਿਘਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਵੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇਤਨੇ ਮਹਿ ਕਾਜੀ ਚਲ ਆਇਓ। ਪਿਖਹਿ ਪਰ ਸਪਰ ਤਬ ਦ੍ਰਿਸ਼ਟਾਇਓ। ਪਰਸ ਪਰ ਤਬ ਦ੍ਰਿਸ਼ਟਾਇਓ। ਮਹਾ ਕ੍ਰੋਧ ਜਾਗਿਓ ਜਰ ਗਇਓ। ਸਦਨ ਪ੍ਰਵੇਸ਼ ਸ਼ੀਘ੍ਰ ਹੀ ਭਇਓ। ਇਤਨੇ ਮਹਿ ਕਾਜੀ ਚਲ ਆਇਓ। ਪਿਖਹਿ ਪਰਸ ਪਰ ਤਬ ਦ੍ਰਿਸ਼ਟਾਇਓ। ਮਹਾ ਕ੍ਰੋਧ ਜਾਗਿਓ ਜਰ ਗਇਓ। ਸਦਨ ਪ੍ਰਵੇਸ਼ ਸ਼ੀਘ੍ਰ ਹੀ ਭਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਇਆ ਨਿਧ ਕਿਰਪਾ ਦੇ ਖਜ਼ਾਨੇ ਪਤਿਤ ਪਾਵਨ ਨਿਹਚਲ ਚੌਰ ਛਤਰ ਤਖਤ ਦੇ ਮਾਲਕ। ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਪਾਤਸ਼ਾਹ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਏ ਰਾਮ। ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਸਰਗੁਣ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤਿੰਨਾਂ ਦੇ ਪਾਵਨ ਪਵਿੱਤਰ ਗੁਣ ਗਾਉਣ ਦਾ ਸ਼ਰਵਣ ਕਰਨ ਦਾ ਸੁਭਾਗ
ਸਤ ਸੰਗਤ ਦੀਆਂ ਕੜੀਆਂ ਦੁਆਰਾ ਪ੍ਰਾਪਤ ਹੋ ਰਿਹਾ ਹੈ। ਕੱਲ ਦੇ ਦੀਵਾਨ ਵਿੱਚ ਜਥਾ ਪ੍ਰਸੰਗ ਆਪਾਂ ਸ਼੍ਰਵਣ ਕੀਤਾ ਹੈ ਜੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜਿਹੜਾ ਹੈ ਕਾਜੀ ਦਾ ਝਗੜਨਾ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੇ ਇਸ ਕਾਜੀ ਤੋਂ ਜਿਵੇਂ 10,000 ਰੁਪਈਏ ਦਾ ਉਹਨਾਂ ਸਮਿਆਂ ਵਿੱਚ ਘੋੜਾ ਖਰੀਦਿਆ ਹੈ। ਉਹ ਹੈ ਤਾਂ ਘੋੜਾ ਸਿੱਖ ਦਾ ਹੀ ਹੈ। ਜਰਵਾਣਿਆਂ ਨੇ ਧੀਂਗੋ ਜੋਰੀ ਖੋਇਆ ਸੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਨੀਤੀ ਨਾਲ ਅਤੇ ਅਜ਼ਮਤ ਦੇ ਨਾਲ ਫਿਰ ਆਪਣੀ ਕਰ ਲਿਆਂਦਾ। 2-4 ਵਾਰ ਕਾਜੀ ਪਹਿਲਾਂ ਆਇਆ, ਫਿਰ ਮਹਾਰਾਜ ਪਾਸ ਇੱਕ ਦਿਨ ਦੁਪਹਿਰੇ ਆ ਪਹੁੰਚਿਆ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣ ਬਾਬਤ ਆਖਿਆ। ਹੋਰ ਕੋਈ ਸਿੱਖ ਹੈ ਨਹੀਂ ਸੀ। ਦਰਵਾਜ਼ੇ ਵਿੱਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੰਬੂ ਦੇ ਦਰਬਾਰ ਅੱਗੇ ਸਨਗੇ। ਜਦੋਂ ਕਾਜੀ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਬਾਬਤ ਕਹਿੰਦਾ ਹੈ ਜਾਂ ਮਿਲਣ ਬਾਬਤ ਕਹਿੰਦਾ ਹੈ, ਬਾਬਾ ਬੁੱਢਾ ਸਾਹਿਬ ਜੀ ਨੇ ਰੋਕਿਆ ਸੀ। ਜਦੋਂ ਬਹੁਤਾ ਹੀ ਬਚਨ ਕਰਦਾ ਰਿਹਾ, ਫਿਰ ਇਹ ਵੀ ਕਹਿ ਦਿੱਤਾ ਵੀ ਮੈਂ ਬਾਦਸ਼ਾਹ ਨੂੰ ਕਹਿ ਕੇ ਅਤੇ ਪੈਸੇ ਇਸ ਤਰ੍ਹਾਂ ਮਾਇਆ ਲਵਾਂਗਾ ਜਿਵੇਂ ਜਵਾਈ ਭਾਈ ਨੂੰ ਦਿੰਦਾ ਕੋਈ। ਬਾਬਾ ਬੁੱਢਾ ਸਾਹਿਬ ਜੀ ਦੇ ਮੁੱਖੋਂ ਫਿਰ ਉਹ ਨਾਲ ਹੀ ਬਚਨ ਛੁੱਟ ਗਿਆ ਵੀ ਜੇ ਗੁਰੂ ਸਾਹਿਬ ਤੇਰੇ ਦਾਮਾਦ ਬਣ ਜਾਣ ਫਿਰ ਵੀ ਇਸ ਤਰ੍ਹਾਂ ਕਰੇਂਗਾ। ਇਸ ਤੋਂ ਬਾਅਦ ਰੌਲਾ ਪਾਉਂਦਾ ਘਰ ਨੂੰ ਚਲ ਗਿਆ ਹੈ ਸੀ। ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਬਾਬਤ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਪਤਾ ਲੱਗਿਆ। ਸਤਿਗੁਰੂ ਜੀ ਗੁੱਸੇ ਨਾ ਹੋਏ, ਕਿਉਂਕਿ ਜਾਣਦੇ ਹੈ ਵੀ ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਵੀ ਮੁੱਖੋਂ ਜੋ ਬੋਲਦੇ ਸਹਿਜ ਸੁਭਾਈ ਕਹਿ ਦਿੰਦੇ ਹੈ, ਪਰ ਇਉਂ ਕਹਿ ਦਿੱਤਾ ਵੀ ਤੁਸੀਂ ਕਾਜੀ ਦੇ ਨਾਲ ਝਗੜਦਿਆਂ ਨੇ ਜਿਹੜਾ ਵੈ ਸਾਨੂੰ ਇਸ ਤਰ੍ਹਾਂ ਦਾ ਬਚਨ ਕੀਤਾ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਮਨ ਕਰਕੇ ਜਾਣਦੇ ਆ ਵੀ ਇਹਨਾਂ ਦਾ ਮੁੱਖੋਂ ਨਿਕਲਿਆ ਕੋਈ ਬਚਨ ਜਿਹੜਾ ਵਿਅਰਥ ਨਹੀਂ ਜਾਂਦਾ ਹੈ। ਇਸ ਲਈ ਬਚਨ ਪੂਰਾ ਹੋਵੇਗਾ ਹੀ ਹੋਵੇਗਾ, ਕਿਉਂਕਿ ਇਹਨਾਂ ਦੇ ਬਚਨ ਸਦਕਾ ਅਸੀਂ ਅਵਤਾਰ ਧਾਰਿਆ ਹੈ। ਸੱਚੇ ਪਾਤਸ਼ਾਹ ਜੀ ਫਿਰ ਉਸੇ ਸਿੱਖ ਦੇ ਘੋੜੇ ਉੱਪਰ ਚੜ੍ਹ ਬੈਠੇ ਹੈ ਜੋ ਲੈ ਕਰਕੇ ਆਇਆ ਸੀ ਕਾਬਲ ਤੋਂ। ਉਹਦੇ ਉੱਪਰ ਚੜ੍ਹ ਕੇ ਸੱਚੇ ਪਾਤਸ਼ਾਹ ਜੀ ਸਜੇ ਫਬੇ ਹੋਏ ਕਾਜੀ ਦੇ ਘਰ ਵੱਲ ਜਾ ਪਹੁੰਚੇ ਸਨਗੇ। ਉੱਥੇ ਕਾਜੀ ਦੀ ਪੁੱਤਰੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਸੱਚੇ ਪਾਤਸ਼ਾਹ ਦੇ ਸੁੰਦਰ ਦਰਸ਼ਨ ਕਰਕੇ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਇਹੋ ਜਿਹੀ ਕਲਾ ਵਰਤ ਗਈ। ਸਤਿਗੁਰਾਂ ਦੇ ਸਰੂਪ ਨੂੰ ਦੇਖ ਕਰਕੇ ਮਨ ਐਨ ਸ਼ਾਂਤ ਹੋ ਗਿਆ, ਕਿਉਂਕਿ ਇਹ ਜੋ ਕਾਜੀ ਦੀ ਪੁੱਤਰੀ ਕੌਲਾਂ ਹੈ ਤੋਂ ਪਿਛਲੇ ਸਮੇਂ ਤੋਂ ਬੰਦਗੀ ਵਾਲੀ ਰੂਹ ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਵਾਰ-ਵਾਰ ਜਾਮੇ ਧਾਰੇ ਵੀ ਕਿਸ ਸਮੇਂ ਪਰਮੇਸ਼ਰ ਦੇ ਦਰਸ਼ਨ ਹੋ ਜਾਣ। ਔਰ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਫਿਰ ਅਚਾਨਕ ਦਰਸ਼ਨ ਹੋ ਜਾਣ ਕਾਰਨ ਜਿਹੋ ਜਿਹੀ ਦਸ਼ਾ ਹੋਈ ਆਪਾਂ ਕੱਲ੍ਹ ਸ਼੍ਰਵਣ ਕੀਤਾ ਹੈ। ਅੱਗੇ ਕਾਜੀ ਦੇ ਆਉਣ ਤੋਂ ਬਾਅਦ ਫਿਰ ਜਿਵੇਂ ਇਸ ਕਾਜੀ ਨੇ ਬੜੀ ਕਰੂਰ ਸੁਭਾਅ ਅਪਣਾਉਂਦਿਆਂ ਹੋਇਆਂ ਆਪਣੀ ਪੁੱਤਰੀ ਨੂੰ ਚਾਬਕਾਂ ਕੋੜਿਆਂ ਦੇ ਨਾਲ ਮਾਰਿਆ ਕੁੱਟਿਆ। ਔਰ ਫਿਰ ਜਿਵੇਂ ਇਹਦੀ ਪ੍ਰਾਰਥਨਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਸ ਪਹੁੰਚਣੀ, ਉਹ ਪ੍ਰਸੰਗ ਅੱਜ ਆਵੇਗਾ। ਚਿੱਤ ਬਿਰਤੀ ਇਕਾਗਰ ਕਰੀਏ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹਿਰਦੇ ਵਸਾਓ। ਰਸਨਾ ਕਰੋ ਪਵਿੱਤਰ, ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀਓ।
ਇਤਨੇ ਮਹਿ ਕਾਜੀ ਚਲ ਆਇਓ। ਤੋ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਇਤਿਹਾਸ ਤੋਰਦੇ ਆ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਦੋਂ ਹੀ ਕਾਜੀ ਦੇ ਘਰ ਦਰਵਾਜ਼ੇ ਪਹੁੰਚੇ, ਇਸ ਦੀ ਪੁੱਤਰੀ ਕੌਲਾਂ ਦਾ ਸਤਿਗੁਰਾਂ ਦੇ ਦਰਸ਼ਨ ਕਰਨ ਦਾ ਪ੍ਰਸੰਗ ਸਰਵਣ ਕੀਤਾ। ਔਰ ਸਤਿਗੁਰਾਂ ਦੇ ਦਰਸ਼ਨ ਕਰ ਹੀ ਰਹੀ ਸੀ ਕਿ ਇਹਨੇ ਨੂੰ ਕਵੀ ਜੀ ਕਹਿ ਰਹੇ ਆ ਕਿ ਕਾਜੀ ਜਿਹੜਾ ਆਣ ਪਹੁੰਚਿਆ, ਕਾਜੀ ਰੁਸਤਮ ਖਾਨ। ਵੇਖਹਿ ਪਰਸ ਪਰ ਤਬ ਦ੍ਰਿਸ਼ਟ ਆਇਓ। ਇਹਨੇ ਵੇਖਿਆ ਹੈ ਕਿ ਸਾਹਮਣੇ ਇਹ ਮੇਰੀ ਪੁੱਤਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੀ ਹੈ। ਮਹਾ ਕ੍ਰੋਧ ਜਾਗਿਓ ਜਰ ਗਇਓ। ਕਹਿੰਦੇ ਜਲ ਬਲ ਕੇ ਸਵਾਹ ਹੋ ਗਿਆ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਦੇ ਵਚਨ ਵੀ ਯਾਦ ਆਉਂਦੇ ਆ। ਉਹ ਇਸ ਕਰਕੇ ਐਨ ਬਹੁਤ ਬੁਰੀ ਦਸ਼ਾ ਹੋਈ, ਕਿਉਂਕਿ ਕੁਝ ਸਮਾਂ ਪਹਿਲਾਂ ਅਜੇ ਇਸੇ ਦਿਨ ਦੀ ਬਾਤ ਹੈ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਇਹਦਾ ਝਗੜਾ ਹੋਇਆ ਸੀ। ਸੜ ਬਲ ਕੇ ਸਵਾਹ ਹੋ ਗਿਆ ਹੈ, ਬੜਾ ਦੁੱਖ ਪ੍ਰਾਪਤ ਹੋਇਆ, ਕ੍ਰੋਧ ਪੈਦਾ ਹੋਇਆ ਹੈ। ਸਦਨ ਪ੍ਰੇਸ਼ ਪ੍ਰਵੇਸ਼ ਸ਼ੀਘਰ ਹੀ ਭਇਓ। ਤੇ ਦਵਾ ਦਵਾ ਕਾਲੇ ਪੈਰੀ ਆਪਣੇ ਘਰ ਵਿੱਚ ਪ੍ਰਵੇਸ਼ ਕੀਤਾ ਹੈ। ਨਿਜ ਤਨੁਜਾ ਕੋ ਪਿਖ ਰਿਸ ਭਰਿਓ। ਆਪਣੀ ਪੁੱਤਰੀ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਦਿਆਂ ਵੇਖ ਕੇ ਮਨ ਵਿੱਚ ਬੜਾ ਕ੍ਰੋਧ ਜਾਗਿਆ ਹੈ, ਭਰ ਗਿਆ ਹੈ। ਚਾਬਕ ਪਇਓ ਤੁਰਤ ਕਰ ਧਰਿਓ। ਹੱਥ ਵਿੱਚ ਚਾਬਕ ਕੋੜੇ ਜਿਹੜੇ ਹੈ ਉਹ ਮਾਰਨ ਵਾਸਤੇ ਜਿਹੜਾ ਚਾਬਕ ਪਕੜ ਲਿਆ ਹੈ। ਮਾਰਤ ਪਇਓ ਤਰਾਸ ਨਹਿ ਠਾਨਾ। ਉਹ ਆਇਆ ਬਾਹਰ, ਹੱਥ ਵਿੱਚ ਚਾਬਕ ਪਕੜਿਆ ਤੇ ਪੁੱਤਰੀ ਕੌਲਾਂ ਦੇ ਮਾਰਨ ਲੱਗਿਆ। ਮਨ ਵਿੱਚ ਰੱਤੀ ਮਾਤਰ ਗੁਰੂ ਸਾਹਿਬ ਦਾ ਭੈ ਨਹੀਂ ਮੰਨਿਆ ਹੈ। ਕਹਿਤ ਕਰੂਰ ਖੋਈ ਕੁਲ ਕਾਨਾ। ਤੋ ਇਸ ਤਰ੍ਹਾਂ ਕਹਿ ਰਿਹਾ ਕਿ ਹੇ ਕਰੂਰ ਭਾਵ ਖੋਟੀ ਪੁੱਤਰੀ, ਤੂੰ ਆਪਣੀ ਕੁਲ ਦੀ ਜਿਹੜੀ ਵੈ ਉਹ ਕਨੌੜ ਕੁਲ ਦੀ ਲਾਜ ਪਤ ਗਵਾ ਦਿੱਤੀ ਹੈ, ਛੱਡ ਦਿੱਤੀ ਹੈ। ਹਿੰਦੂ ਕੇ ਗੁਰ ਕੋ ਤੂੰ ਹੇਰੈ। ਤੂੰ ਇੱਕ ਕਾਜੀ ਦੀ ਪੁੱਤਰੀ ਹੋ ਕੇ ਤੇ ਹਿੰਦੂਆਂ ਦੇ ਗੁਰੂ ਜਾਂ ਹਿੰਦ ਦੇ ਪੀਰ, ਸਿੱਖਾਂ ਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਰਹੀ ਹੈ ਸ਼ਰਧਾ ਨਾਲ। ਜਨਮੀ ਕਹਾ ਮੰਦ ਤੂੰ ਮੇਰਾ। ਇਹ ਖੋਟੀਏ ਕਿਉਂ ਤੂੰ ਸਾਡੇ ਘਰ ਵਿੱਚ ਪੈਦਾ ਹੋ ਗਈ ਹੈ। ਬਹੁ ਚਾਬਕ ਮਾਰੇ ਬਲ ਸੰਗ। ਇਸ ਤਰ੍ਹਾਂ ਕਹਿੰਦੇ ਹੋਏ ਨੇ ਬਹੁਤੇ ਹੀ ਕੋੜੇ ਜਿਹੜੇ ਵੈ ਪੁੱਤਰੀ ਆਪਣੀ ਕੌਲਾਂ ਨੂੰ ਮਾਰੇ ਵਗਾਏ ਹਨ। ਉਤਰਿਓ ਚਰਮ ਲੱਗੇ ਸਭ ਅੰਗ। ਜ਼ੋਰ ਨਾਲ ਕੌੜੇ ਵੱਜ ਵੱਜ ਕੇ ਇਸ ਬੀਬੀ ਕੌਲਾਂ ਦਾ ਜਿਹੜਾ ਹੈ ਉਹ ਸਾਰਾ ਸਰੀਰ ਪਛਿਆ ਗਿਆ, ਚਮੜੀ ਉਤੋਂ ਉਧੜਨ ਲੱਗ ਪਈ ਹੈ। ਹਾਏ ਹਾਏ ਕਰ ਰਹੀ ਵਿਚਾਰੀ। ਹਰ ਖੂਨ ਸਿਮਣਾ ਸ਼ੁਰੂ ਹੁੰਦਾ ਹੈ, ਹਾਏ ਹਾਏ ਦੀ ਆਵਾਜ਼ ਕਰਦੀ ਹੈ ਨਿਮਾਣੀ ਨਿਤਾਣੀ। ਸੁਣ ਦੌੜੀ ਤਿਸ ਕੀ ਮਹਤਾਰੀ। ਤੋ ਇਹਦੀਆਂ ਆਵਾਜ਼ਾਂ ਸੁਣ ਕਰਕੇ, ਚੀਕ ਚਿਹਾੜਾ ਸੁਣ ਕਰਕੇ, ਕਾਜੀ ਦੇ ਉੱਚੀ ਬੋਲਣ ਦੀ ਆਵਾਜ਼ ਸੁਣ ਕੇ ਕਾਜੀ ਦੀ ਪਤਨੀ ਜਿਹੜੀ ਹੈ ਬੇਗਮ ਉਹ ਦੌੜ ਕੇ ਪਹੁੰਚੀ ਹੈ। ਝਿੜਕਿਓ ਕਾਜੀ ਚਾਬਕ ਛੀਨਾ। ਤੇ ਉਹਨੇ ਝਿੜਕਿਆ ਕਾਜੀ ਨੂੰ, ਰੋਕਿਆ ਦਬਕਿਆ ਹੈ ਤੇ ਚਾਬਕ ਹੱਥ ਵਿੱਚੋਂ ਜਿਹੜਾ ਉਹ ਖੋਹ ਲੈਣਾ ਕੀਤਾ ਹੈ। ਕਿਉ ਨਿਜ ਸੁਤਾ ਹਤੀ ਦੁਖ ਦੀਨਾ। ਤੇ ਮੁਖੋਂ ਗੁੱਸੇ ਨਾਲ ਬਚਨ ਕੀਤੇ ਵੀ ਕਿਉਂ ਆਪਣੀ ਪੁੱਤਰੀ ਨੂੰ ਦੁੱਖ ਦਿੱਤਾ ਹੋਇਆ ਹੈ, ਕਿਉਂ ਆਪਣੀ ਪੁੱਤਰੀ ਨੂੰ ਮਾਰਨ ਤੇ ਤੁੱਲੇ ਹੋਏ ਹੋ। ਮਮ ਟਿਗ ਤੇ ਅਬ ਹੀ ਚਲ ਆਈ। ਵੀ ਕੀ ਹੋ ਗਿਆ ਜੇ ਇੱਥੇ ਆਈ ਆ, ਜੇ ਹੁਣੇ ਹੀ ਕੁਝ ਸਮਾਂ ਪਹਿਲਾਂ ਹੀ ਮੇਰੇ ਪਾਸੋਂ ਅਜੇ ਘਰੋਂ ਨਿਕਲੀ ਹੈ। ਕਹਾਂ ਭਇਓ ਠਾਂਡੀ ਤਿਸ ਇਸ ਥਾਈ। ਤੇ ਕੀ ਹੋ ਗਿਆ ਜੇ ਦਰਵਾਜ਼ੇ ਦੇ ਵਿਚਕਾਰ ਸਾਡੀ ਪੁੱਤਰੀ ਖੜ ਗਈ ਹੈ। ਸੁਤਾ ਤਰਨ ਕੋ ਮਾਰਨ ਕਰੈ। ਬਾਕੀ ਇਹ ਪਤੀ ਜਿਹੜਾ ਤੁਸੀਂ ਕਾਜੀ ਹੋ ਤੇ ਇੱਕ ਕੁਆਰੀ ਆਪਣੀ ਜਵਾਨ ਧੀ ਨੂੰ ਜਦੋਂ ਮਾਰਦੇ ਹੋ। ਸੁਨਹਿ ਅਪਰ ਸ਼ੰਕਾ ਸਭ ਤਰੈ। ਤੇ ਤੁਹਾਡੇ ਇਹੋ ਜਿਹੇ ਵਿਹਾਰ ਨੂੰ ਵੇਖ ਕੇ ਲੋਕ ਕੀ ਆਖਣਗੇ, ਲੋਕ ਕੀ ਮਨ ਵਿੱਚ ਕਿਹੋ ਜੀਆਂ ਗੱਲਾਂ ਵਿਚਾਰਨਗੇ। ਕਿਉ ਆਪਣੀ ਪਤ ਲਾਜ ਗਵਾਵਹਿ। ਕਿਉਂ ਜਵਾਨ ਧੀ ਨੂੰ ਕੁੱਟਦੇ ਹੋ ਤੇ ਲੋਕਾਂ ਵਿੱਚ ਤਮਾਸ਼ਾ ਕਰਕੇ ਆਪਣੀ ਲਾਜ ਕੁੱਲ ਨੂੰ ਗਵਾ ਰਹੇ ਹੋ। ਹੱਸਹਿ ਲੋਕ ਕਰ ਤਾਲ ਵਜਾਵਹਿ। ਕੋਈ ਕਿਵੇਂ ਦੀਆਂ ਗੱਲਾਂ ਬਣਾਵੇਗਾ, ਕੋਈ ਕਿਸ ਤਰ੍ਹਾਂ ਦੇ ਮਨ ਵਿੱਚ ਖਿਆਲ ਲਿਆਵੇਗਾ, ਜਿਸ ਕਰਕੇ ਤੁਸੀਂ ਜੋ ਇਹ ਕਰ ਰਹੇ ਹੋ ਲੋਕ ਹੱਸਣਗੇ ਤੇ ਤਾੜੀਆਂ ਮਾਰਨਗੇ ਤੁਹਾਡੀ ਇਸ ਕਰਤੂਤ ਤੇ। ਰੇਸ਼ਮੈ ਕਹਿਤ ਖਰੋ ਗੁਰ ਹਿੰਦੂ। ਤੋ ਇਸ ਤਰ੍ਹਾਂ ਜਿਹੜਾ ਵੈ ਕਹਿੰਦੀ ਹੈ ਕਾਜੀ ਦੀ ਕਾਜਨ ਜਿਹੜੀ ਪਤਨੀ ਹੈ, ਕਿਉਂ ਆਪਣੀ ਲਾਜ ਪਤ ਗਵਾਈ ਹੈ, ਲੋਕ ਹੱਸਣਗੇ। ਤੇ ਇਹ ਕਾਜੀ ਕਹਿੰਦਾ ਹੈ ਕਿ ਰਿਸਮੈ ਕਹਿਤ, ਕਾਜੀ ਗੁੱਸੇ ਹੋਇਆ ਕਵੀ ਜੀ ਕਹਿੰਦਾ ਹੈ ਕਿ ਇਸ ਨੇ ਖਰੋ ਗੁਰੂ ਹਿੰਦ, ਇੱਥੇ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਹਿੰਦੂਆਂ ਦੇ ਭਾਰਤ ਵਰਸ਼ ਦੇ
ਜਿਹੜੇ ਵਾ ਦੱਬੇ ਕੁਚਲੇ ਲੋਕ ਹੈ। ਇਸ ਤੋਂ ਇਲਾਵਾ ਸਿੱਖਾਂ ਦੇ ਗੁਰੂ ਕਹਾਉਂਦੇ ਮੈਂ ਉਹ ਖੜੇ ਇੱਥੇ ਵੇਖੇ ਹਨ। ਨਾਮ ਜਾਹੇ ਸ੍ਰੀ ਹਰਗੋਬਿੰਦੁ। ਹਾਂ, ਹਿੰਦੂਆਂ ਦੇ ਗੁਰੂ ਜੀ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਹੈ। ਤਰੈ ਖਰੋ ਤਿਸ ਕੀ ਦਿਸ ਦੇਖੈ। ਤੇ ਇਹ ਖੜੀ ਹੋਈ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਕਾਫਰਾਂ ਦੇ ਗੁਰੂ ਹੈ ਉਹਨਾਂ ਦੇ ਦਰਸ਼ਨ ਕਰਦੀ ਮੈਂ ਆਪ ਵੇਖੀ ਹੈ। ਤਨੁਜਾ ਦੇਹ ਕਲੰਕ ਵਿਸ਼ੇਖੈ। ਤੇ ਇਹ ਪੁੱਤਰੀ ਹੈ ਕਿ ਸਾਡੇ ਘਰ ਵਿੱਚ ਕਲੰਕ ਹੈ, ਜਾਂ ਕਹਿ ਲਓ ਪੁੱਤਰੀ ਹੁੰਦਿਆਂ ਹੋਇਆਂ ਸਾਡੇ ਘਰ ਵਿੱਚ ਕਲੰਕ ਬਣੇਗੀ, ਮੱਥੇ ਤੇ ਕਲੰਕ ਬਣੇਗੀ। ਨਹਿ ਸਮੀਪ ਰਾਖੈ ਰਖਵਾਰੀ। ਹਾਂ, ਮੈਂ ਇਹਨੂੰ ਜਿਹੜਾ ਵਾ ਨਹਿ ਸਮੀਪ ਤੂੰ ਕੋਲ ਹੁੰਦੀ ਹੋਈ ਇਹਦੀ ਰਾਖੀ ਨਾ ਕੀਤੀ। ਕਿਵੇਂ ਇਹਦੇ ਜ਼ਰੂਰਤ ਪੈ ਗਈ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ ਦੀ। ਵਿਖੋ ਫੇਰ ਮੈਂ ਦੈ ਹਉ ਮਾਰੀ। ਤੇ ਮੈਂ ਵੇਖਿਆ ਜਦੋਂ ਦਰਸ਼ਨ ਕਰਦੇ ਨੂੰ ਤਾਂ ਵਰਜਿਆ, ਤਾਂ ਇਹਨੂੰ ਕੁੱਟਿਆ ਮਾਰਿਆ ਹੈ। ਏਮ ਕਹਿ ਕਾਜੀ ਬਹੁ ਦੁਖ ਪਾਇਸ। ਇਸ ਤਰ੍ਹਾਂ ਕਹਿ ਕੇ ਤੇ ਕਾਜੀ ਕਹਿੰਦੇ ਬਹੁਤ ਔਖਾ ਹੁੰਦਾ, ਬੜਾ ਦੁੱਖ ਜਿਹਾ ਪ੍ਰਾਪਤ ਕਰਦਾ ਹੈ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਜਿਹੜੇ ਸਫਲੇ ਹੋ ਰਹੇ ਹੈ ਵੀ ਇੱਧਰ ਕੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਹੈ ਉਹਨਾਂ ਦੇ ਸਿੱਖੀ ਪ੍ਰੇਮ ਜਾਗਣਾ। ਕਿਉਂਕਿ ਥੋੜ੍ਹਾ ਜਿਹਾ ਇੱਥੇ ਪ੍ਰਸੰਗ ਅੱਗੇ ਨਿਰਣਾ ਕਰਾਂਗੇ। ਖਾਲਸਾ ਜੀ ਕਵੀ ਸੰਤੋਖ ਸਿੰਘ ਜੀ ਇਸ ਤਰ੍ਹਾਂ ਲਿਖਿਆ ਹੈ, ਕੁਝ ਹੋਰ ਖਰੜੇ ਜਿਹੜੇ ਹੁੰਦੇ ਹੈ, ਕੁਝ ਹੋਰ ਇਤਿਹਾਸਕ ਜਿਹੜੇ ਤੱਥ ਹੈ ਉਹਨਾਂ ਤੋਂ ਪਤਾ ਲੱਗਦਾ ਕਿ ਜਿਹੜੀ ਇਹ ਹੈ ਸੀ ਕਾਜੀ ਦੀ ਪੁੱਤਰੀ ਕੌਲਾਂ, ਇਹ ਮੀਆਂ ਮੀਰ ਦੀ ਮੁਰੀਦ ਸੀ ਤੇ ਸਾਈਂ ਫਕੀਰ ਮੀਆਂ ਮੀਰ ਜੀ ਦਾ ਪ੍ਰਤਾਪ ਬਹੁਤ ਸੀ ਤੇ ਗੁਰੂ ਘਰ ਦੇ ਸ਼ਰਧਾਲੂ ਸਨ। ਸੁਖਮਣੀ ਸਾਹਿਬ ਦੇ ਬਾਣੀ ਕੰਠ ਸੀਗੀ ਸਾਈਂ ਮੀਆਂ ਮੀਰ ਜੀ ਨੂੰ। ਜਪਜੀ ਸਾਹਿਬ ਸੁਖਮਣੀ ਸਾਹਿਬ ਦੇ ਬੇਅੰਤ ਜਾਪ ਕਰਿਆ ਕਰਦੇ। ਇਹ ਮੁਰੀਦ ਹੋਣ ਕਰਕੇ ਇਹ ਵੀ ਸੁਖਮਣੀ ਸਾਹਿਬ ਤੇ ਜਪਜੀ ਸਾਹਿਬ ਪੜ੍ਹਿਆ ਕਰਦੀ ਸੀ ਕਾਜੀ ਦੀ ਪੁੱਤਰੀ। ਬੜੇ ਚਿਰ ਤੋਂ ਕਾਜੀ ਝਗੜਾ ਕਰਦਾ ਸੀ ਆਪਣੀ ਪੁੱਤਰੀ ਨਾਲ ਵੀ ਇਹ ਕਿਵੇਂ ਜੰਮ ਪਈ ਸਾਡੇ ਘਰ ਵਿੱਚ। ਇਹ ਕਾਫਰਾਂ ਦੀ ਬਾਣੀ ਪੜ੍ਹਦੀ, ਕਾਫਰਾਂ ਦੇ ਗੁਰੂ ਦੀ ਬਾਣੀ ਪੜ੍ਹਦੀ ਹੈ। ਉਹ ਇਸ ਤਰ੍ਹਾਂ ਕਰਕੇ ਥੋੜ੍ਹਾ ਜਿਹਾ ਪ੍ਰਸੰਗ ਇੱਥੇ ਇਸ ਤਰ੍ਹਾਂ ਕਵੀ ਜੀਆਂ ਇਹਦਾ ਨਿਰਣਾ ਇਹ ਪ੍ਰਸੰਗ ਦੀ ਸਮਾਪਤੀ 'ਤੇ ਕਰਾਂਗੇ ਜਦੋਂ ਇਹ ਸਾਰੇ ਪ੍ਰਸੰਗ ਇਹ ਸਮਾਪਤ ਹੋਣਗੇ। ਤੋ ਇੱਥੇ ਕਵੀ ਜੀ ਕਹਿੰਦੇ ਆ ਕਿ ਕਾਜੀ ਬਹੁਤ ਦੁਖੀ ਹੋਇਆ ਤੇ ਆਪਣੇ ਘਰ ਨੂੰ ਚਲਾ ਗਿਆ ਹੈ। ਵਹਿਰ ਨਿਕਟ ਬੈਠਿਓ ਪਛੁਤਾਇਸ। ਤੇ ਘਰ ਤੋਂ ਵਹਿਰ ਨਿਕਲ ਪਾਠ ਹੈ, ਨਿਕਲ ਕੇ ਘਰ ਤੋਂ ਬਾਹਰ ਤੇ ਪਛੋਤਾਉਂਦਾ ਸਿਰ ਮਾਰਦਾ ਹੈ। ਸਤਿਗੁਰ ਗਏ ਆਪਣੇ ਡੇਰੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਨੂੰ ਲਾਡੀ ਤੇ ਆਪਣੇ ਡੇਰੇ ਮੁਜੰਗੀ ਪਿੰਡ ਜਾ ਪਹੁੰਚੇ ਹੈ। ਪੁੱਤਰ ਬਿਰਾਜੇ ਪ੍ਰਭੂ ਬਡੇਰੇ। ਸੱਚੇ ਪਾਤਸ਼ਾਹ ਜੀ ਵਿਰਾਜ ਗਏ ਹੈ। ਸਤਿਗੁਰੂ ਗਰੀਬ ਨਵਾਜ ਸਿੰਘਾਸਣ ਸੁਖ ਅਸਥਾਨ ਤੇ ਵੱਡੇ ਸਤਿਗੁਰੂ ਸਭ ਸੰਸਾਰ ਦੇ ਵਾਲੀ। ਦੋਹਰਾ ਤਿਸ ਕੀ ਮਹਤਾਰੀ ਤਬੈ। ਉਸ ਜਿਹੜੀ ਬੀਬੀ ਕੌਲਾ ਹੈ ਉਸ ਲੜਕੀ ਦੀ ਜਿਹੜੀ ਮਾਤਾ ਹੈ, ਦੋਹਿਤਾ ਲਈ ਉਠਾਏ। ਉਹਨੇ ਆਪਣੀ ਪੁੱਤਰੀ ਨੂੰ ਕੋੜੇ ਮਾਰੇ ਜਿਹੜੇ ਆ ਕਾਜੀ ਨੇ, ਉਸ ਤੋਂ ਮਾਰ ਤੋਂ ਬਚਾਉਂਦਿਆਂ ਹੋਇਆਂ ਗਲਵੱਕੜੀ ਵਿੱਚ ਲੈ ਲਿਆ ਹੈ। ਹਾਏ ਹਾਏ ਸੋ ਕਰ ਰਹੀ। ਔਰ ਉਹ ਬੀਬੀ ਕੌਲਾ ਆਪਣੇ ਮੁਖੋਂ ਹਾਏ ਹਾਏ ਦੀ ਆਵਾਜ਼ ਕਰ ਰਹੀ ਹੈ। ਮ੍ਰਿਦੁਲ ਸੇਜ ਪਰ ਪਾਏ। ਤੇ ਕੂਲੇ ਬਸਤਰ ਜਿਹੜੇ ਵੈ ਜਿਹੜੀ ਵਿਛਾਈ ਹੈ ਉਸ ਦੇ ਉੱਪਰ ਇਸ ਮਾਤਾ ਨੇ ਆਪਣੀ ਪੁੱਤਰੀ ਨੂੰ ਲਟਾਇਆ ਹੈ। ਚੌਪਈ ਟੋਟਨ ਕੋ ਕੀਨਸ ਉਪਚਾਰੀ। ਜਿਹੜੇ ਕੋਈ ਨਿਸ਼ਾਨ ਪੈ ਗਏ ਸਨ ਚਾਬਕ ਕਾਰਨ, ਉਹਨਾਂ ਦਾ ਸਾਰਾ ਉਪਚਾਰ ਇਲਾਜ ਇਸ ਮਾਈ ਨੇ ਕੀਤਾ ਹੈ। ਪਿਖ ਕਾਜੀ ਕੋ ਕਾਢਤ ਗਾਰੀ। ਤੇ ਕਾਜੀ ਬਾਹਰ ਜਿੱਥੇ ਖੜਾ ਹੋਇਆ ਜਾਂ ਇੱਥੇ ਘਰ ਵਿੱਚ ਉਹਨੂੰ ਵੇਖ ਵੇਖ ਕੇ ਤੇ ਗਾਲੀ ਗਲੋਚ ਕਰਦੀ ਹੈ। ਦੇਤੀ ਧੀਰਜ ਸਹਿਤ ਦਿਲਾਸਾ। ਤੇ ਆਪਣੀ ਪੁੱਤਰੀ ਨੂੰ ਧੀਰਜ ਦਿੰਦੀ ਹੈ, ਦਿਲਾਸੇ ਦੇ ਰਹੀ ਹੈ। ਕਿਤਕ ਕਾਲ ਥਿਤ ਤਨੁ ਜਾ ਪਾਸਾ। ਕੋਈ ਸਮਾਂ ਤਾਂ ਇਹ ਜਿਹੜੀ ਕਾਜੀ ਦੀ ਪਤਨੀ ਹੈ ਆਪਣੀ ਪੁੱਤਰੀ ਦੇ ਪਾਸ ਟਿਕੀ ਰਹੀ ਵੈ। ਪੁਨ ਦਾਸੀ ਕੋ ਨਿਕਟ ਬਿਠਾਇਓ। ਫਿਰ ਆਪਣੇ ਘਰ ਦੀ ਕਿਸੇ ਨੌਕਰਾਣੀ ਦਾਸੀ ਨੂੰ ਕੋਲ ਬਿਠਾ ਕਰਕੇ ਆਪ ਅਪਰ ਕਾਰਜ ਚਿਤ ਲਾਇਓ। ਆਪਣਾ ਬਿਰਤਾ ਸੁਰਤਾ ਕਿਸੇ ਹੋਰ ਘਰ ਦੇ ਕੰਮ ਕਾਜ ਵਿੱਚ ਲਾ ਲਿਆ ਹੈ। ਕੌਲਾਂ ਤੜ ਮਨ ਤੇ ਦੁਖ ਪਾਏ। ਤੇ ਕੌਲਾਂ ਜਿਹੜੀ ਵੈ ਉਹ ਮਾਰ ਪੈਣ ਕਰਕੇ ਮਨ ਕਰਕੇ ਬਹੁਤ ਦੁਖੀ ਹੋ ਰਹੀ ਹੈ। ਹਾਏ ਹਾਏ ਕਰਤੀ ਬਿਲ ਲਾਏ। ਬਿਲਲਾਪ ਕਰਦੀ ਹੈ, ਹਾਏ ਹਾਏ ਦੀ ਆਵਾਜ਼ ਮੁਖੋਂ ਆ ਰਹੀ ਵੈ। ਦਾਸੀ ਨੇ ਤਿਸ ਚਿਤ ਕੀ ਜਾਨੀ। ਤੇ ਦਾਸੀ ਨੇ ਇਸ ਦੇ ਮਨ ਦੀ ਦਸ਼ਾ ਹਾਲਤ ਵੇਖ ਕਰਕੇ ਜਾਣ ਗਈ ਹੈ। ਗੁਪਤ ਵਾਰਤਾ ਬੁੱਝਨ ਠਾਨੀ। ਤੇ ਕਾਜੀ ਦੇ ਡਰ ਤੋਂ ਧੀਰੇ ਧੀਰੇ ਬੋਲਦੀ ਹੋਈ ਦਾਸੀ ਨੇ
ਇਸ ਬੀਬੀ ਕੌਲਾਂ ਤੋਂ ਸਾਰੀ ਕਹਾਣੀ ਜਾਂ ਵਾਰਤਾ ਪੁੱਛੀ ਹੈ ਕੌਣ ਹੁਤੋ ਜਿਸ ਦੇਖਤ ਵੀ ਰਹੀ। ਕੌਣ ਹੈ ਜਿਹਦੇ ਦਰਸ਼ਨਾਂ ਕਰਕੇ ਤੈਨੂੰ ਇੰਨੀ ਮਾਰ ਪਈ ਹੈ। ਪਿਖ ਕਾਜੀ ਹਟ ਕੇ ਦ੍ਰਿਗ ਵੀ ਨਹੀਂ। ਕਾਜੀ ਆ ਗਿਆ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਾ ਬੀਬੀ ਵੀ ਤੁਸੀਂ ਕਿਵੇਂ ਦਰਸ਼ਨ ਕਰੀ ਗਏ ਉਸੇ ਇੱਕ ਬਿਰਤੀ ਵਿੱਚ ਹੀ। ਤੁਹਾਨੂੰ ਕਾਜੀ ਦੇ ਆਉਣ ਤੱਕ ਦਾ ਪਤਾ ਨਾ ਲੱਗਾ ਕੌਣ ਹੈ ਜਿਸ ਦੇ ਦਰਸ਼ਨਾਂ ਕਰਕੇ ਇਸ ਤਰ੍ਹਾਂ ਦਾ ਜਿਹੜਾ ਵੈ ਸੁੱਧ ਕੀ ਸੁੱਧ ਬੁੱਧ ਭੁੱਲ ਜਾਂਦੀ ਹੈ। ਤਬ ਕੌਲਾ ਨੇ ਸਕਲ ਬਤਾਈ। ਉਸ ਸਮੇਂ ਬੀਬੀ ਕੌਲਾਂ ਨੇ ਫਿਰ ਸਾਰਾ ਪ੍ਰਸੰਗ ਇਸ ਦਾਸੀ ਨੂੰ ਦੱਸਿਆ ਹੈ ਤਿਸ ਨਰ ਕੀ ਸੁਧ ਮੋਹੇ ਨ ਵੀ ਕਾਈ। ਸਾਨੂੰ ਮੈਨੂੰ ਨਹੀਂ ਪਤਾ ਉਹ ਕੌਣ ਸਨਗੇ, ਮੈਂ ਕਦੇ ਅੱਗੇ ਉਹਨਾਂ ਨੂੰ ਇਸ ਤਰ੍ਹਾਂ ਦਾ ਜਾਂ ਉਹਨਾਂ ਨੂੰ ਕਦੇ ਇਸ ਤਰ੍ਹਾਂ ਵੇਖਿਆ ਨਹੀਂ ਹੈ। ਪਿਖਿਓ ਅਚਾਨਕ ਮਨ ਠੱਗ ਲਿਓ। ਹਾਂ, ਜਿਨ੍ਹਾਂ ਦੇ ਦਰਸ਼ਨ ਕਰਦਿਆਂ ਅਚਾਨਕ ਹੀ ਮੇਰਾ ਸਰੀਰ ਇਉਂ ਬਣ ਗਿਆ ਜਿਵੇਂ ਪੱਥਰ ਦੀ ਮੂਰਤ ਹੁੰਦਾ ਹੈ। ਰਹੀ ਨ ਸੁਧ ਜੜ ਸਮ ਤਨ ਭਇਓ। ਜਿਵੇਂ ਜੜ ਹੋ ਜਾਂਦਾ ਸਰੀਰ ਚੋਂ ਰੂਹ ਨਿਕਲ ਜਾਂਦੀ ਹੈ, ਇਸ ਤਰ੍ਹਾਂ ਮੇਰੇ ਸਰੀਰ ਦੀ ਦਸ਼ਾ ਹਾਲਤ ਹੋ ਗਈ ਹੈ ਸੀ। ਕਾਜੀ ਨੇ ਮਾਰਤ ਲਿਏ ਨਾਮੂ। ਤੇ ਇਸ ਤਰ੍ਹਾਂ ਮੇਰੇ ਪਿਤਾ ਕਾਜੀ ਨੇ ਮਾਰਦਿਆਂ ਹੋਇਆਂ ਜਦੋਂ ਮੈਨੂੰ ਕੁੱਟਿਆ, ਉਹ ਨਾ ਮੈਨੂੰ ਨਹੀਂ ਪਤਾ ਕੌਣ ਸਨਗੇ, ਪਰ ਜਦੋਂ ਮੈਨੂੰ ਚਾਬਕ ਮਾਰੇ ਕੋੜੇ ਮਾਰੇ ਉਦੋਂ ਉਹਨਾਂ ਦਾ ਨਾਮ ਲਿਆ ਸੀ, ਮੈਂ ਸੁਣਿਆ ਸੀ। ਗੁਰ ਹਿੰਦਨ ਕੋ ਮੁਖ ਵੀ ਅਭਿਰਾਮੋ। ਮੇਰੇ ਪਿਤਾ ਦੀ ਜ਼ੁਬਾਨੀ ਹੈ ਵੀ ਉਹ ਕਹਿੰਦੇ ਸੀ ਕਾਫਰਾਂ ਦੇ ਹਿੰਦੂਆਂ ਦੇ ਗੁਰੂ ਹੈ, ਸਿੱਖਾਂ ਦੇ ਗੁਰੂ ਹਨ, ਇਸ ਤਰ੍ਹਾਂ ਦੇ ਬਚਨ ਕਹੇ ਸਨ। ਸ੍ਰੀ ਹਰਿ ਗੋਬਿੰਦ ਮਹਾ ਵਿਚਛਨ। ਤੇ ਉਹਨਾਂ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਲਿਆ ਸੀ ਮੇਰੇ ਪਿਤਾ ਕਾਜੀ ਨੇ, ਜਿਹੜੇ ਮਹਾਨ ਵਿਚਛਣ ਕਹੀਏ ਸੁੰਦਰ ਜਾਂ ਸਿਆਣੇ ਸੁਗੜ ਸਰੂਪ ਹਨ। ਮਹਾਰਾਜ ਕੇ ਜਿਸ ਮਹਿ ਲੱਛਣ। ਜਿਸ ਗੁਰੂ ਹਰਗੋਬਿੰਦ ਸਾਹਿਬ ਵਿੱਚ ਮਹਾਰਾਜਿਆਂ ਵਾਲੇ ਚਿਹਨ ਹੈ, ਭਾਵ ਉਹਨਾਂ ਦਾ ਸਰੀਰ ਤੇ ਰਾਜਿਆਂ ਬਾਦਸ਼ਾਹ ਵਿੱਚ ਜਿਹੜੇ ਚੱਕਰਵਰਤੀ ਮਹਾਨ ਸਮਰਾਟ ਬਾਦਸ਼ਾਹ ਦੇ ਵਿੱਚ ਲੱਛਣ ਹੁੰਦੇ ਹੈ, ਰਾਜਿਆਂ ਮਹਾਰਾਜਿਆਂ ਵਾਲੇ ਜਿਨ੍ਹਾਂ ਵਿੱਚ ਲੱਛਣ ਸਨਗੇ। ਕਿਆ ਉਪਮਾ ਕਰ ਤੋਹੇ ਸੁਨਾਵੋ। ਤੇ ਆਖਿਆ ਹੈ ਸਖੀ, ਹੇ ਘਰ ਦੀ ਦਾਸੀ, ਮੈਂ ਕੀ ਉਪਮਾ ਉਹਨਾਂ ਦੀ ਤੁਹਾਨੂੰ ਦੱਸ ਕੇ ਸੁਣਾਵਾਂ, ਕੀ ਉਪਮਾ ਮੂੰਹੋਂ ਗਾ ਗਾ ਕੇ ਸੁਣਾਵਾਂ। ਜਿਸ ਕੇ ਸਮ ਕੋ ਅਪਰ ਨ ਪਾਵੋ। ਜਿਨ੍ਹਾਂ ਮੁੱਕਦੀ ਗੱਲ ਇਹ ਵੀ ਜਿਨ੍ਹਾਂ ਦੇ ਵਰਗਾ ਸਾਰੇ ਸੰਸਾਰ ਵਿੱਚ ਹੋਰ ਕੋਈ ਪੈਦਾ ਨਹੀਂ ਹੋਇਆ ਹੋਵੇਗਾ। ਕਾਜੀ ਨੇ ਮਾਰੀ ਗੁਣ ਭਇਓ। ਤੇ ਇਸ ਤਰ੍ਹਾਂ ਜਿਹੜੇ ਵੇ ਬਚਨ ਕਹੇ ਹੈ, ਤੇ ਕਿੱਥੋਂ ਪੜਿਆ, ਕਾਜੀ ਨੇ ਮਾਰੀ ਗੁਣ ਭਇਓ, ਵੀ ਆਪ ਹੀ ਕਹਿੰਦੀ ਆ ਇਹ ਬੀਬੀ ਕੌਲਾਂ, ਕਹਿੰਦੀ ਹੈ ਕਿ ਇਹ ਸਖੀ ਇਉਂ ਸਮਝ ਲੈ ਵੀ ਅੱਜ ਪਹਿਲੀ ਵਾਰ ਪਿਤਾ ਨੇ ਮਾਰਿਆ ਜਾਂ ਕਾਜੀ ਨੇ ਕੁੱਟਿਆ ਮਾਰਿਆ ਹੈ, ਕਾਜੀ ਦੇ ਮਾਰਨ ਦੇ ਨਾਲ ਵੀ ਵੱਡਾ ਗੁਣ ਹੋ ਗਿਆ, ਭਾਵ ਮੇਰੇ ਤੇ ਵੱਡਾ ਪਰਉਪਕਾਰ ਕੀਤਾ ਹੈ। ਨਾਮ ਪਤਾ ਪ੍ਰਿਯ ਕੋ ਸੁਣ ਲਿਓ। ਵੀ ਜੇ ਨਾ ਮਾਰਦੇ ਮੈਨੂੰ ਕਿਵੇਂ ਪਤਾ ਲੱਗਣਾ ਸੀ ਵੀ ਇਹਨਾਂ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੈ, ਭਾਵ ਸਤਿਗੁਰਾਂ ਦੇ ਨਾਮ ਸੁਣਨ ਨੂੰ ਮਿਲ ਗਿਆ, ਪਤਾ ਲੱਗ ਗਿਆ ਵੀ ਉਹ ਕੌਣ ਨੇ। ਚਾਹੇ ਮਾਰ ਪੈ ਗਈ ਤਾਂ ਪਿਤਾ ਦੀ ਜਾਂ ਕਾਜੀ ਦੀ ਮਾਰ ਨੇ ਵੀ ਮੇਰੇ ਤੇ ਵੱਡਾ ਗੁਣ ਕੀਤਾ, ਪਰ ਉਪਕਾਰ ਕੀਤਾ ਹੈ। ਹੇ ਦਾਸੀ ਤੂੰ ਕਰ ਉਪਕਾਰ। ਫਿਰ ਆਖਿਆ, ਹੇ ਦਾਸੀ ਇੱਕ ਤੂੰ ਪਰ ਉਪਕਾਰ ਮੇਰੇ ਉੱਪਰ ਕਰਨਾ ਕਰ। ਰਹਿ ਕਹਾਂ ਖੋਜਹੁ ਹਿਤ ਧਾਰ। ਤੇ ਹਿਤ ਧਾਰ ਕੇ ਮੇਰੇ ਆਖੇ ਲੱਗ ਕੇ ਮੇਰੇ ਵਾਸਤੇ ਲੱਭ ਭਲਾ ਉਹਨਾਂ ਦਾ ਕਿੱਥੇ ਪੜਾ ਹੈ, ਕਿੱਥੇ ਰਹਿੰਦੇ ਹਨ। ਬਹੁ ਧਨ ਦੇਹੁ ਮਾਨ ਇਸਾਨ। ਹਾਂ, ਬਹੁਤ ਧਨ ਦੇਵਾਂਗੀ, ਜੋ ਮੰਗੇਗੀ ਉਹੀ ਤੈਨੂੰ ਦੇ ਦੇਵਾਂਗੀ, ਤਰ੍ਹਾਂ ਤਰ੍ਹਾਂ ਦਾ ਧਨ ਤੇ ਬਹੁਤ ਇਮਾਨ ਵੀ ਕਹਿ ਲਓ, ਬੜਾ ਜਿਹੜਾ ਮਾਣ ਸਤਿਕਾਰ ਤੇਰਾ ਹੋਵੇਗਾ, ਜਾਂ ਇਸਾਨ ਕਹੀਏ ਤੇਰਾ ਵੱਡਾ ਅਹਿਸਾਨ ਮੰਨਾਂਗੀ। ਜੇ ਬਚਾਏ ਰਾਖੈ ਮਮ ਜਾਨ। ਹਾਂ, ਜੇ ਮੇਰੀ ਜਾਨ ਇਸ ਕਾਜੀ ਤੋਂ ਬਚਾ ਕੇ ਤੂੰ ਰੱਖ ਲਵੇਂ ਤਾਂ ਇੱਥੋਂ ਪ੍ਰਤੱਖ ਵੀ ਹੁੰਦਾ ਹੈ ਵੀ ਇਹ ਕਾਜੀ, ਕਿਉਂਕਿ ਉਹ ਲੱਗ ਜਾਣਾ ਪਤਾ ਹੈ, ਫਤਵਾ ਵੀ ਜਾਰੀ ਕਰ ਦਿੱਤਾ ਸੀ ਇਹ ਬੀਬੀ ਕੌਲਾਂ ਨੂੰ ਮਾਰਨੇ ਦਾ, ਕਿਉਂਕਿ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨ ਤੋਂ ਵਾਰ-ਵਾਰ ਰੋਕਿਆ ਜਾਂਦਾ ਰਿਹਾ, ਪਰ ਜਦੋਂ ਨਾ ਹਟੀ ਫਿਰ ਕਾਜੀ ਨੇ ਫਤਵਾ ਲਾ ਦਿੱਤਾ ਸੀਗਾ ਫਾਹੀ ਦਾ, ਮੌਤ ਦਾ। ਤੋ ਰਹੋ ਵਿਚਾਰ। ਬੀਬੀ ਕੌਲਾਂ ਕਹਿੰਦੀ, ਹੈ ਸਖੀ ਜੇ ਗੁਰੂ ਹਰਗੋਬਿੰਦ ਸਾਹਿਬ ਬਾਬਤ ਪਤਾ ਲੱਗ ਜਾਵੇ ਕਿੱਥੇ ਰਹਿੰਦੇ ਹੈ ਤੇ ਤੂੰ ਮੇਰੀ ਜਾਨ ਬਚਾ ਕੇ ਰੱਖ ਸਕਦੀ ਹੈ ਇਸ ਕਾਜੀ ਪਾਸੋਂ। ਪ੍ਰਾਨ ਦਾਨ ਤੇ ਭਲੋ ਨ ਔਰ। ਇਸ ਲਈ ਪ੍ਰਾਣਾਂ ਦਾ ਦਾਨ ਕਿਸੇ ਨੂੰ ਦੇ ਦੇਣਾ, ਕਿਸੇ ਦੀ ਜਾਨ ਬਚਾ ਦੇਣੀ, ਇਸ ਤੋਂ ਵੱਡਾ ਪਰਉਪਕਾਰ ਹੋਰ ਕੋਈ ਨਹੀਂ ਹੁੰਦਾ ਹੈ। ਕਰਹੁ ਸਹੀ ਪਾਵਹਿ ਜਿਸ ਠੌਰ। ਕਰਨਾ ਚਾਹੀਦਾ ਜਿੱਥੇ ਵੀ ਪ੍ਰਾਪਤ, ਜਿੱਥੇ ਵੀ ਲੱਭੇ ਨਾ ਅਹਿਸਾਨ
ਤੇ ਪ੍ਰਾਣਦਾਨ ਕਿਸੇ ਨੂੰ ਜਿੱਥੇ ਸਮਾਂ ਬਣੇ ਉੱਥੇ ਉਹਦੀ ਸਹਾਇਤਾ ਕਰਨੀ ਚਾਹੀਦੀ ਹੈ, ਕਿਸੇ ਦੀ ਜਾਨ ਬਚਾਉਣੀ ਚਾਹੀਦੀ ਹੈ। ਸੁਣ ਦਾਸੀ ਨੇ ਸਕਲ ਸੁਨਾਇਓ। ਸੁਣ ਕੇ ਦਾਸੀ ਨੇ ਫਿਰ ਸਾਰੀ ਵਾਰਤਾ ਬੀਬੀ ਕੌਲਾਂ ਨੂੰ ਦੱਸੀ ਹੈ। ਕਈ ਬਾਰ ਮੈਂ ਦਰਸ਼ਨ ਪਾਇਓ। ਵੀ ਵੈਸੇ ਤੂੰ ਨਹੀਂ ਦਰਸ਼ਨ ਇੱਕ ਪਹਿਲੀ ਵਾਰੀ ਕੀਤੇ ਐ ਤੇ ਨਾਂ ਜਿਨ੍ਹਾਂ ਦਾ ਲੈ ਰਹੀ ਹੈ, ਹੇ ਬੀਬੀ ਉਹਨਾਂ ਦਾ ਨਾਮ ਜਿਹੜਾ ਹੈ ਗੁਰੂ ਹਰਗੋਬਿੰਦ ਸਾਹਿਬ ਹੈ, ਉਹਨਾਂ ਦੇ ਦਰਸ਼ਨ ਮੈਂ ਕਈ ਵਾਰ ਕਰ ਚੁੱਕੀ ਹਾਂ, ਕਈ ਵਾਰ ਮੈਂ ਪਹਿਲਾਂ ਵੀ ਦਰਸ਼ਨ ਕੀਤੇ ਹਨ। ਡੇਰਾ ਨਿਕਟ ਸੋ ਜਾਨ ਹਮਾਰੇ। ਤੇ ਆਪਣੇ ਘਰ ਦੇ ਲਾਗੇ ਹੀ ਉਹਨਾਂ ਦਾ ਡੇਰਾ, ਇੱਥੇ ਹੀ ਪੜਾ ਪਾ ਕੇ ਬੈਠੇ ਹੋਏ ਸਮੇਂ ਤੋਂ। ਪੂਜਹਿ ਆਵਹਿ ਲੋਕ ਹਜ਼ਾਰੇ। ਸਾਰਾ ਸੰਸਾਰ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਨੂੰ ਪੂਜਣ ਆਉਂਦਾ ਵੈ। ਤਰਹਿ ਭਰੋਸਾ ਗੁਰ ਪਰ ਐਸੀ। ਗੁਰੂ ਜਾਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੱਡਾ ਪਰਮੇਸ਼ਰ ਜਾਣ ਕਰਕੇ ਉਹਨਾਂ ਤੇ ਭਰੋਸਾ ਧਾਰਦੇ ਸਾਰੇ ਸੰਗਤ ਸਿੱਖ। ਜਮ ਕੇ ਕਸ਼ਟ ਛੁਟਾਵਹਿ ਜੈਸੇ। ਉਹਨਾਂ ਦਾ ਇਹ ਭਰੋਸਾ ਹੈ, ਇੰਨਾ ਭਰੋਸਾ ਕਰਦੇ ਵੀ ਜਿਹਦੇ ਨਾਲ ਸਾਨੂੰ ਜਮਾਂ ਦੀ ਮਾਰ ਤੋਂ ਛੁਡਾ ਦੇਣ। ਵੀ ਗੁਰੂ ਹਰਗੋਬਿੰਦ ਸਾਹਿਬ ਤੇ ਇਹ ਸਮਝ ਕੇ ਸੰਗਤਾਂ ਭਰੋਸਾ ਕਰਦੀਆਂ, ਦਰਸ਼ਨ ਕਰਦੀਆਂ ਵੀ ਇਹਨਾਂ ਦੇ ਦਰਸ਼ਨ ਜਮਾਂ ਦੀ ਫਾਹੀ ਤੋਂ ਛੁਡਾ ਦਿੰਦੇ ਆ। ਪਨਹਿ ਚਰਨ ਲੱਖਾਂ ਤਨ ਦੇਤ। ਲੱਖਾਂ ਦੀ ਗਿਣਤੀ ਸੰਗਤ ਆਉਂਦੀ, ਲੱਖਾਂ ਧਨ ਭੇਟ ਕਰਦੀ ਹੈ ਤੇ ਚਰਨਾਂ ਵਿੱਚ ਨਮਸਕਾਰਾਂ ਕਰਦੀ ਹੈ। ਹੇਤ ਪ੍ਰਲੋਕ ਸਫਲ ਕਰ ਲੇਤ। ਆਪਣਾ ਪਰਲੋਕ ਸਫਲ ਕਰ ਲੈਂਦੇ ਆ, ਪਰਲੋਕ ਦੇ ਭਲੇ ਵਾਸਤੇ ਮਾਇਆ ਸਫਲੀ ਕਰਦੀਆਂ ਸੰਗਤਾਂ ਸਾਰੀਆਂ। ਵੱਡੀ ਭੀੜ ਚਹੁੰ ਦਿਸ ਕੇ ਲੋਕ। ਇਹ ਕੀ ਦੱਸਾਂ ਬੀਬੀ, ਵੱਡੀ ਭੀੜ ਹੁੰਦੀ ਉਹਨਾਂ ਦੇ ਦਰਸ਼ਨਾਂ ਨੂੰ, ਕਤਾਰਾਂ ਵੱਧ ਜਾਂਦੀਆਂ ਹਨ। ਇੱਕ ਨਹੀਂ, ਦੋ ਨਹੀਂ, 4 ਦਿਸ਼ਾਵਾਂ ਦੇ ਲੋਕ ਸੰਗਤਾਂ ਆਉਂਦੀਆਂ, ਸਭ ਧਰਮਾਂ ਦੇ ਲੋਕ ਮੰਨਦੇ ਆ। ਅਰਪ ਉਪਾਇਨ ਹੋਤ ਅਸ਼ੋਕ। ਬੜੀਆਂ ਭੇਟਾਵਾਂ ਅਰਪਣ ਕਰਦੇ ਮਹਾਰਾਜ ਨੂੰ, ਜਿਸ ਨਾਲ ਉਹਨਾਂ ਨੂੰ ਸੁੱਖ ਪ੍ਰਾਪਤ ਹੁੰਦਾ ਹੈ। ਮਹਾਰਾਜ ਨੂੰ ਵਸਤੂ ਭੇਟ ਕਰਕੇ ਸੰਗਤਾਂ ਸੁੱਖ ਮਨਾਉਂਦੀਆਂ, ਸੋਗ ਤੋਂ ਰਹਿਤ ਹੁੰਦੀਆਂ ਹਨ। ਸੁਨ ਕੌਲਾਂ ਪ੍ਰਫੁੱਲਿਤ ਹੋਈ। ਤੋ ਕਵੀ ਜੀ ਕਹਿੰਦੇ ਸੁਣ ਕੇ ਬੀਬੀ ਕੌਲਾਂ ਬਹੁਤ ਪ੍ਰਸੰਨ ਹੋਏ ਹਨ। ਪਾਏ ਕਲਪਤਰ ਜਿਮ ਨਰ ਕੋਈ। ਕਹਿੰਦੇ ਜਿਵੇਂ ਕਲਪਤਰ ਬ੍ਰਿਛ, ਭਾਵ ਇੱਛਾ ਪੂਰੀ ਕਰਨ ਵਾਲਾ ਸਵਰਗ ਦਾ ਬ੍ਰਿਛ ਮਿਲ ਜਾਂਦਾ ਕਿਸੇ ਕੰਗਾਲ ਨੂੰ। ਹੇ ਦਾਸੀ ਤੂੰ ਧੰਨ ਵਹਾਨੀ। ਇੰਨੀ ਪ੍ਰਸੰਨਤਾ ਧਾਰਦੇ ਹੋਏ ਬੀਬੀ ਕੌਲਾਂ ਜੀ ਕਹਿੰਦੇ, ਹੇ ਦਾਸੀ, ਹੇ ਮੇਰੀ ਸਖੀ, ਤੂੰ ਧਨ ਹੈ, ਧਨ ਹੈ। ਕਰ ਮੇਰੋ ਸੰਕਟ ਅਭਿਹਾਨੀ। ਬੜੀ ਮਹਾਨ ਹੈ ਜੋ ਤੂੰ ਮੈਨੂੰ ਇਹ ਸਾਰਾ ਕਾਰਜ, ਜੇ ਤੂੰ ਉਹਨਾਂ ਦੇ ਦਰਸ਼ਨ ਕੀਤੇ ਪਹਿਲਾਂ, ਇਸ ਲਈ ਹੁਣ ਇਉਂ ਕਰ, ਮੈਂ ਜੋ ਚਾਹੇਂਗੀ ਤੈਨੂੰ ਵਸਤੂਆਂ ਦੇਵਾਂਗੀ। ਪਾਏ ਅਬ ਮੇਰੋ ਸੰਕਟ ਕਰ ਹਾਨੀ। ਹੁਣ ਤੂੰ ਮੇਰਾ ਇੱਕ ਜਿਹੜਾ ਮਨ ਦਾ ਦੁੱਖ ਹੈ ਉਹ ਦੂਰ ਕਰਨਾ ਕਰ। ਮੋਹਿ ਬਿਥਾ ਕਿਮ ਜਾਏ ਸੁਨਾਵਹੁ। ਇਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦਾ ਪੜਾਅ ਜੇ ਤੂੰ ਵੇਖਿਆ ਉੱਥੇ ਪਹੁੰਚ ਕਰਕੇ ਤੇ ਮੇਰੀ ਸਾਰੀ ਦਸ਼ਾ ਬਾਬਤ ਤੂੰ ਸੁਣਾਉਣਾ ਕਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ। ਚਾਹੇ ਕਿ ਨਹੀਂ ਭੇਦ ਸਭ ਪਾਵਹੁ। ਨਾਲੇ ਪਤਾ ਲੱਗ ਜਾਵੇਗਾ ਭੇਦ ਸਭ ਪਾਵੋ, ਪਾ ਲਿਆ ਭੇਦ ਉੱਥੋਂ ਜਾ ਕਰਕੇ। ਵੀ ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਸੇਵਾ ਕਰਨੀ ਚਾਹਵਾਂ, ਸਿੱਖ ਬਣਨੀ ਚਾਹਵਾਂ, ਮੈਂ ਬਾਣੀ ਪੜ੍ਹਦੀ ਹਾਂ ਕਿ ਇੱਕ ਮੇਰਾ ਤੁਰਕਾਂ ਦਾ ਜਾਮਾ ਹੋ, ਕਿਉਂਕਿ ਤੁਰਕਾਂ ਦੇ ਰਾਜ ਵਿੱਚ ਕਿਸੇ ਹੋਰ ਨੂੰ ਆਪਣੇ ਧਰਮ ਵਿੱਚ ਬੇਸ਼ੱਕ ਲੈ ਆਉਂਦੇ ਸੀ, ਪਰ ਬਹੁਤ ਔਖਾ ਸੀ ਕੋਈ ਤੁਰਕ ਹੋਰ ਪਾਸੇ ਜਾਵੇ। ਆਪਾਂ ਸੁਣਦੇ ਹਾਂ ਕਬੀਰ ਸਾਹਿਬ ਜੀ ਨੂੰ ਕਿਵੇਂ ਬੇੜੀਆਂ ਵਿੱਚ ਬੰਨ੍ਹ ਕੇ ਸਿੱਟਦੇ ਰਹੇ ਆ। ਤੋ ਪਾਬੰਦੀ ਹੋਣ ਕਰਕੇ ਬੀਬੀ ਕੌਲਾਂ ਕਹਿੰਦੀ ਹੈ ਕਿ ਕੀ ਭੇਦ ਪਾ ਕੇ ਲਿਆ ਹੈ ਸਖੀ, ਪਤਾ ਲੱਗਣਾ ਚਾਹੀਦਾ ਵੀ ਜੇ ਮੈਂ ਗੁਰੂ ਹਰਗੋਬਿੰਦ ਸਾਹਿਬ ਦੀ ਸਿੱਖ ਬਣਾ ਤੇ ਕੀ ਮੇਰੇ ਤੇ ਵੀ ਉਹ ਇਸ ਤਰ੍ਹਾਂ ਜਿਵੇਂ ਵੀ ਇੱਕ ਤੁਰਕ ਨੂੰ ਸਾਡੇ ਸਿੱਖ ਜਿਹੜਾ ਵਾ ਮਹਾਰਾਜ ਬਣਾਉਣਾ ਚਾਹੁਣ, ਬਣਾ ਸਕਦੇ ਆ ਕਿ ਮੇਰੇ ਵੀ ਭਾਗ ਜਾਗ ਸਕਦੇ ਹਨ। ਪਾਠ ਕਿਤਾਬ ਪ੍ਰਸੰਗ ਸੋਹਿਰੇ। ਤੋ ਇਹ ਸਾਰਾ ਜਿਹੜੇ ਮੇਰੇ ਮਨ ਦਾ ਪ੍ਰਸੰਗ ਹੈ ਜਾ ਕਰਕੇ ਤੂੰ ਕਹਿ, ਕਿਉਂਕਿ ਮੈਂ ਜੋ ਕਿਤਾਬਾਂ ਗ੍ਰੰਥ ਪਿਤਾ ਪਾਸੋਂ ਜਾਂ ਵਿਦਵਾਨਾਂ ਪਾਸੋਂ ਪੜ੍ਹੇ ਹਨਗੇ, ਪਰਮ ਪੁਰਖ ਬਸ ਪ੍ਰੇਮ ਕਨੇਰੇ। ਉਹਦੇ ਵਿੱਚ ਪਤਾ ਲੱਗਿਆ ਵੀ ਜਿਹੜੇ ਕੋਈ ਮਹਾਂਪੁਰਖ ਮਹਾਨ ਪੁਰਖ ਹੁੰਦੇ ਆ, ਪਾਤਸ਼ਾਹ ਹੁੰਦੇ ਆ, ਤੋ ਸਾਧੂ ਹੁੰਦੇ ਆ, ਸੰਤ ਹੁੰਦੇ ਆ, ਉੱਚ ਬ੍ਰਿਤ ਵਾਲੇ ਹੁੰਦੇ ਆ, ਉਹ ਪ੍ਰੇਮਾ ਭਗਤੀ ਦੇ ਨਾਲ ਵਸ ਆਉਂਦੇ ਹਨ। ਰੰਕ ਰਾਓ ਕੋ ਜਾਣਹਿ ਨਾਹੀ। ਉਹ ਨਹੀਂ ਜਾਣਦੇ ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਤੁਰਕ ਹੈ, ਸਿੱਖ ਹੈ, ਹਿੰਦੂ ਹੈ, ਜੈਨੀ, ਬੋਧੀ, ਕੋਈ ਵੀ ਹੋਵੇ, ਉਹ ਪ੍ਰੇਮ ਦੇ ਵਸ ਹੁੰਦੇ ਆ ਪਰਮੇਸ਼ਰ।
ਉਹ ਪਰਮੇਸ਼ਰ ਕਦੇ ਜਾਤ ਨਹੀਂ ਪਰਖਦਾ, ਉੱਚਾ ਨੀਵਾਂ ਨਹੀਂ ਪਰਖਦਾ ਹੁੰਦਾ। ਮੈਂ ਐ ਸੁਣਿਆ ਹੈ, ਪੜ੍ਹਿਆ ਹੈ। ਪ੍ਰੀਤ ਕਰਹਿ ਤਿਸ ਰਾਖਹਿ ਪਾਹੀ। ਉਹ ਪ੍ਰੇਮ ਕਰਨ ਵਾਲੇ ਨੂੰ ਪਾਸ ਰੱਖਦੇ ਆ, ਭਾਵ ਪ੍ਰੇਮ ਕਰਨ ਵਾਲੇ ਦੇ ਬਣ ਕੇ ਹੋ ਜਾਂਦੇ ਹਨ। ਮੈਂ ਤਿਨ ਕੀ ਤਨ ਮਨ ਤੇ ਦਾਸੀ। ਤੇ ਇਸ ਲਈ ਮੈਂ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦੀ ਦਾਸੀ ਬਣਨਾ ਲੋਚਦੀ ਹਾਂ, ਤਨ ਮਨ ਕਰਕੇ। ਬਿਨਾ ਮੂਲ ਸੇਵੋ ਨਿਤ ਪਾਸੀ। ਹਾਂ, ਬਿਨਾਂ ਮੋਲ ਕੋਈ ਮੁੱਲ ਨਹੀਂ ਲਵਾਂਗੀ। ਸਾਰੀ ਉਮਰ ਉਹਨਾਂ ਦੇ ਚਰਨਾਂ ਦੀ ਧੂੜ ਸਾਫ਼ ਕਰਨ ਨੂੰ, ਸਾਰੀ ਉਮਰ ਉਹਨਾਂ ਦੇ ਚਰਨ ਪਰਸਨ ਨੂੰ, ਸੇਵਾ ਕਰਨ ਨੂੰ ਤਿਆਰ ਹਾਂ। ਤੇ ਬੇਮਾਇਆ ਕੋਈ ਮਾਇਆ ਨਹੀਂ ਲਵਾਂਗੀ। ਦਾਸੀ ਕਹੇ ਕਹੋ ਕਿਮ ਜਾਏ। ਤੇ ਦਾਸੀ ਕਹਿੰਦੀ, ਇਹ ਬੀਬੀ ਕੌਲਾਂ, ਪਰ ਤੁਸੀਂ ਕਹਿ ਤਾਂ ਦਿੱਤਾ, ਪਰ ਮੈਂ ਭਲਾ ਹੁਣ ਕਿਵੇਂ ਜਾ ਸਕਦੀ ਹਾਂ। ਨਹੀਂ ਚਿਨਾਰੀ ਕਬ ਤਿਨ ਪਾਏ। ਕਿਉਂਕਿ ਮੇਰੀ ਵੀ ਕੋਈ ਜਾਣ ਪਛਾਣ ਨਹੀਂ। ਮੈਂ ਦੂਰੋਂ ਦਰਸ਼ਨ ਜ਼ਰੂਰ ਕੀਤੇ ਆ, ਮੈਂ ਕਦੇ ਬਚਨ ਬਲਾਸ ਅੱਜ ਤੱਕ ਨਹੀਂ ਕੀਤਾ ਹੈ। ਬ੍ਰਿੰਦ ਨਰਨ ਮਹਿ ਗਮਨਹੁ ਕੈਸੇ। ਬਾਕੀ ਬਹੁਤ ਸਿੱਖ ਹੁੰਦੇ ਆ, ਮਹਾਰਾਜ ਦੇ ਘਰ ਕਰੜਾ ਪਹਿਰਾ ਹੁੰਦਾ। ਇੰਨਿਆਂ ਦੇ ਵਿੱਚ ਮੈਂ ਕਿਵੇਂ ਮਹਾਰਾਜ ਦੇ ਪਾਸ ਜਾ ਸਕਦੀ ਹਾਂ, ਕਿਵੇਂ ਤੇਰੀ ਬਾਤ ਕਰ ਸਕਦੀ ਹਾਂ। ਅਪਰ ਕਰਹੁ ਵਿਧ ਕਹੋ ਸੋ ਜੈਸੇ। ਵੀ ਤੇਰੀ ਅਰਦਾਸ ਪਹੁੰਚਾਉਣ ਵਾਸਤੇ ਹੁਣ ਤੇਰਾ ਪਿਤਾ ਵੀ ਜੇ ਵੇਖੇਗਾ ਤੇ ਕੁਝ ਮੇਰਾ ਵੀ ਨੁਕਸਾਨ ਕਰੇਗਾ। ਜੇ ਤੂੰ ਚਾਹੁੰਦੀ ਹੈ ਵੀ ਤੇਰੀ ਪ੍ਰਾਰਥਨਾ ਜਿਹੜੀ ਹੈ, ਤੇਰੀ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ ਪਹੁੰਚੇ, ਕੰਨਾਂ ਰਾਹੀਂ ਜਾਂ ਅੱਖਾਂ ਰਾਹੀਂ ਵੇਖਣ ਸੁਣਨ, ਤਾਂ ਜਿਵੇਂ ਮੈਂ ਤੈਨੂੰ ਇਹ ਸਲਾਹ ਦੇਵਾਂ ਇਸੇ ਤਰ੍ਹਾਂ ਤੈਨੂੰ ਕਰਨਾ ਚਾਹੀਦਾ ਹੈ। ਲਿਖ ਕਾਗਦ ਪਰ ਆਪਣਾ ਬ੍ਰਿਤਾਂਤ। ਤੂੰ ਆਪਣੀ ਅਰਦਾਸ ਜਿਹੜੀ ਹੈ ਨਾ, ਉਹ ਕਾਗਜ਼ ਉੱਪਰ ਲਿਖ ਦੇਣਾ ਕਰ। ਜਿਮ ਸਜਾਈ ਹੋਈ ਸਭ ਗਾਤ। ਤੇ ਇਹ ਵੀ ਲਿਖ ਦੇ ਵੀ ਮੇਰੇ ਪਿਤਾ ਜਾਂ ਇਸ ਕਾਜੀ ਨੇ ਮੈਨੂੰ ਕੋੜਿਆਂ ਨਾਲ ਮਾਰਨਾ ਕੀਤਾ ਹੈ। ਮਨ ਕੋ ਪ੍ਰੇਮ ਬਿਨੈ ਬਹੁ ਬਾਰੀ। ਇਸ ਕਰਕੇ ਮਨ ਕਰਕੇ ਜਿਹੜੇ ਹੈ ਆ ਸ਼ਰਧਾ, ਪ੍ਰੇਮਾ ਭਗਤੀ ਦੇ ਨਾਲ ਅਰਦਾਸ ਬੇਨਤੀ ਤੈਨੂੰ ਲਿਖਣੀ ਚਾਹੀਦੀ ਹੈ। ਲਖ ਹੈ ਹਕੀਕਤ ਕੋ ਜਿਮ ਸਾਰੀ। ਹਾਂ, ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਰੀ ਹਕੀਕਤ ਜਾਣ ਲੈਣ, ਵੀ ਉਹਦਾ ਸਿੱਖ ਬਣਨ ਵਾਸਤੇ ਕੋਈ ਬਾਣੀ ਪੜ੍ਹਨ ਵਾਲਾ ਤੁਰਕਾਂ ਦੇ ਘਰ ਵਿੱਚ ਵੀ ਜੰਮ ਕੇ ਜਾਂ ਕਾਜੀ ਦੀ ਪੁੱਤਰੀ ਦੇ ਰੂਪ ਵਿੱਚ ਪਾਤਸ਼ਾਹ ਤੁਹਾਨੂੰ ਸਦਾ ਯਾਦ ਕਰਦਾ ਰਹਿੰਦਾ ਹੈ। ਸੁਣ ਦਾਸੀ ਤੇ ਉਰ ਹਰ ਖਾਈ। ਸੁਣ ਕੇ ਦਾਸੀ ਤੋਂ ਇਹ ਜਿਹੜੀ ਵੈ ਮਸਲਤ ਤੇ ਬੀਬੀ ਕੌਲਾਂ ਬਹੁਤ ਪ੍ਰਸੰਨ ਹੋਈ ਵੈ। ਸਦਾ ਆਫਰੀ ਨੀਕ ਬਤਾਈ। ਤੇ ਆਖਿਆ ਸਦਾ ਸਲਾਮਤ ਰਹੋ, ਤੂੰ ਸ਼ਾਬਾਸ਼ ਦਿੱਤੀ ਹੈ। ਇਸ ਤਰ੍ਹਾਂ ਦੇ ਸੁੰਦਰ ਬਚਨ ਆਖੇ ਹਨ। ਸਰਬ ਪੀਰ ਕੋ ਪਰ ਹਰ ਤਬੈ। ਸਾਰੇ ਦੁੱਖ ਜਿਹੜੇ ਸਨ ਚਾਬੁਕਾਂ ਦੇ ਮਾਰ ਪਈ ਦੇ, ਸਾਰੇ ਹੀ ਦੂਰ ਹੋ ਗਏ ਐ। ਕਹਿਓ ਆਨ ਕਾਗਦ ਮਸ ਅਬੈ। ਆਖਿਆ ਹੈ, ਇਹ ਮੇਰੀ ਸਖੀ ਜਾ ਕਾਗਜ਼ ਤੇ ਜਿਹੜਾ ਵੈ ਕਲਮ, ਤੇ ਇਸ ਤਰ੍ਹਾਂ ਕਹਿ ਲਓ ਜਿਹੜੀ ਮਸ ਕਹੀਏ ਸ਼ਾਹੀ, ਪਕੜ ਕੇ ਲੈ ਕੇ ਆਓ। ਕਲਮ ਦਾਨ ਕਾਜੀ ਕੋ ਹੇਰਾ। ਤੇ ਇਹ ਦਾਸੀ ਨੇ ਕਲਮਦਾਨ, ਜਿੱਥੇ ਕਲਮਾਂ ਅਤੇ ਆਦਿਕ ਦਵਾਤ ਸ਼ਾਹੀ ਸੂਈ ਆਦਿਕ ਪਈ ਹੁੰਦੀ ਹੈ, ਕਾਗਜ਼, ਉਹ ਸਾਰਾ ਕਲਮਦਾਨ ਜਿਹੜਾ ਨਾ ਦਾਸੀ ਨੇ ਕਾਜੀ ਦਾ ਜਾ ਵੇਖਿਆ ਫੋਲਿਆ ਹੈ। ਉਠ ਦਾਸੀ ਲਿਆਈ ਤਿਸ ਬੇਰਾ। ਤੇ ਦਾਸੀ ਨੇ ਉਹ ਸਾਰਾ ਕੁਝ ਉਠਾ ਕਰਕੇ ਤੇ ਬੀਬੀ ਕੌਲਾਂ ਨੂੰ ਸ਼ਾਹੀ ਦਵਾਤ ਜਿਹੜੀ ਵੈ ਕਲਮ ਤੇ ਕਾਗਜ਼ ਆਦਿਕ ਦੇ ਦਿੱਤਾ ਹੈ। ਪੂਰਬ ਲਿਖੀ ਜੋਰ ਕਰ ਬੰਧਨ। ਪਹਿਲਾਂ ਤਾਂ ਇਹ ਲਿਖਿਆ ਵੀ ਮੈਂ ਹੱਥ ਜੋੜ ਕਰਕੇ, ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਚਰਨਾਂ ਤੇ ਮੱਥਾ ਟੇਕਦੀ ਹਾਂ। ਜਸ ਤੁਮਰੋ ਜਗ ਦੋਸ਼ ਨਿਕੰਦਨ। ਹੁਣ ਮਹਾਰਾਜ ਤੁਹਾਡੀ ਵਡਿਆਈ ਕਰਾਂ ਮੈਂ, ਕਿ ਤੁਹਾਡੀ ਜਿਹੜੀ ਵਡਿਆਈ ਸੋਭਾ ਹੈ, ਹੇ ਜਗ ਦੇ ਵਿੱਚ ਦੁੱਖਾਂ ਵਿਘਨਾਂ ਕਲੇਸ਼ਾਂ ਨੂੰ ਕੱਟਣ ਵਾਲੇ ਸਤਿਗੁਰੂ ਜੀ। ਦੋਹਰਾ ਦੇਤ ਮਹਾ ਜਮ ਸ਼ਾਸਨਾ। ਸੱਚੇ ਪਾਤਸ਼ਾਹ ਤੁਹਾਡੀ ਵਡਿਆਈ ਬਾਬਤ ਮੈਂ ਇਉਂ ਸੁਣਿਆ ਹੈ ਕਿ ਜੇ ਕਿਸੇ ਮਨੁੱਖ ਨੂੰ ਜਮ ਤੰਗ ਕਰਦਾ ਹੋਵੇ, ਜਮ ਮਾਰ ਕਰ ਰਿਹਾ ਹੋਵੇ ਜੀ, ਤੁਮ ਦੇਖੇ ਛੁੱਟ ਜਾਏ। ਤੇ ਤੁਸੀਂ ਦੇਖ ਲਓ ਉਹਦੇ ਵੱਲ, ਸਿੱਖ ਵੱਲ, ਜਾਂ ਸਿੱਖ ਤੁਹਾਡੇ ਦਰਸ਼ਨ ਕਰ ਲਵੇ, ਤੇ ਜਮਾਂ ਤੋਂ ਪੈਂਦੀ ਹੋਈ ਮਾਰ ਤੋਂ ਸਿੱਖ ਪ੍ਰਲੋਕ ਵਿੱਚ ਵੀ ਛੁੱਟ ਜਾਂਦੇ ਹਨ। ਇਸ ਹਿਤ ਦਰਸ਼ਨ ਆਪ ਕੋ। ਤੇ ਮਹਾਰਾਜ ਮੈਂ ਤਾਂ ਇਸ ਹਿਤ ਇਸ ਵਾਸਤੇ ਜਿਹੜੇ ਤੁਹਾਡੇ ਦਰਸ਼ਨ ਹਨ, ਕਰਹਿ ਆਨ ਸਮੁਦਾਇ। ਸਾਰਾ ਸੰਸਾਰ ਤੁਹਾਡੇ ਦਰਸ਼ਨ ਇਸ ਵਾਸਤੇ ਕਰਦਾ ਵੀ ਜਮਾਂ ਦੀ ਮਾਰ ਤੋਂ ਛੁੱਟ ਜਾਈਦਾ। ਮਹਾਰਾਜ ਮੈਂ ਵੀ ਇਹੀ ਇੱਛਾ ਰੱਖ ਕੇ ਤੁਹਾਡੇ ਦਰਸ਼ਨ ਕੀਤੇ ਐ। ਚੌਪਈ ਕਹਿ ਸੋ ਜਸ ਤੁਮਰੋ ਇਸ ਰੀਤ। ਇਸ ਤਰ੍ਹਾਂ ਦਾ ਵਡਿਆਈ ਜਸ ਸੋਭਾ ਸਾਰਾ ਸੰਸਾਰ ਪਾਤਸ਼ਾਹ ਤੁਹਾਡੀ ਕਹਿੰਦਾ ਹੈ। ਸੋ ਮੁਝ ਕੋ ਵਰਤਿਓ ਵਿਪਰੀਤ। ਕਿ ਤੁਹਾਡੇ ਦਰਸ਼ਨਾਂ ਨਾਲ ਜਮ ਦੀ ਮਾਰ ਤੋਂ ਬਚ ਜਾਈਦਾ, ਪਰ ਪਾਤਸ਼ਾਹ ਮੇਰੇ ਨਾਲ ਤਾਂ ਸਾਰਿਆਂ ਤੋਂ ਜੱਗੋਂ 13ਵੀਂ ਉਲਟੀ ਵਰਤ ਰਹੀ ਹੈ ਜਾਂ ਵਰਤੀ ਹੈ। ਸੰਸੈ ਭਇਓ ਕਹਿਤ ਇਹ ਝੂਠੇ। ਤੇ ਮੇਰੇ ਮਨ ਵਿੱਚ ਮਹਾਰਾਜ ਹੁਣ ਸ਼ੰਕਾ ਪੈ ਗਿਆ ਵੀ ਜਿਹੜੇ ਲੋਕ ਸੰਸਾਰ ਦੇ ਤੁਹਾਡੇ ਬਾਬਤ ਕਹਿੰਦੇ ਆ ਨਾ,
ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਲਈਏ ਤੇ ਪਰਲੋਕ ਜਾਂ ਜਮਾਂ ਦੀ ਨਰਕਾਂ ਦੀ ਮਾਰ ਤੋਂ ਵੀ ਬਚ ਜਾਈਦਾ। ਹੇ ਮਹਾਰਾਜ, ਸੱਚ ਦੱਸਾਂ ਮੇਰੇ ਨਾਲ ਉਲਟੀ ਵਾਪਰੀ। ਮੈਨੂੰ ਸ਼ੰਕਾ ਪੈਦਾ ਹੋ ਰਿਹਾ ਵੀ ਸੰਸਾਰ ਵਾਲੇ ਲੋਕ ਤੁਹਾਡੀ ਝੂਠੀ ਸੋਭਾ ਕਰਦੇ ਐ, ਇਹ ਬਚਨ ਸੱਚ ਨਹੀਂ ਹੈ ਕਿਦੋ ਕਰਮ ਹੈ ਮੋਰ ਅਪੂਠੇ। ਕਿ ਜਾਂ ਫਿਰ ਮਹਾਰਾਜ ਮੇਰੇ ਹੀ ਕਰਮ ਮਾੜੇ ਐ। ਭਾਈ ਕਹਿ ਰਹੀ ਹੈ ਵੀ ਤੁਹਾਡੇ ਦਰਸ਼ਨਾਂ ਨਾਲ ਤਾਂ ਜਮ ਦੀ ਮਾਰ ਤੋਂ ਬਚ ਜਾਈਦਾ ਹੈ, ਪਰ ਮਹਾਰਾਜ ਮੈਂ ਤਾਂ ਤੁਹਾਡੇ ਘੜੀ ਦਰਸ਼ਨ ਕੀਤੇ ਤੇ ਮੈਨੂੰ ਮੇਰੇ ਕਾਜੀ ਤੋਂ ਕੌੜੇ ਪਏ ਐ, ਮੇਰੀ ਚਮੜੀ ਉਧੇੜ ਦਿੱਤੀ ਗਈ, ਮਾਰਨ ਤੱਕ ਪਹੁੰਚ ਗਿਆ ਹੈ। ਵੀ ਤੁਹਾਡੇ ਇੱਕ ਘੜੀ ਦੇ ਦਰਸ਼ਨਾਂ ਨਾਲ ਸੁੱਖ ਮਿਲਣਾ ਚਾਹੀਦਾ ਸੀ, ਪਰ ਮੈਨੂੰ ਉਲਟਾ ਦੁੱਖ ਮਿਲਿਆ। ਸਿੱਖ ਕਹਿੰਦੇ ਆ ਵੀ ਜਮਾਂ ਦੀ ਮਾਰ ਤੋਂ ਛੁੱਟ ਜਾਈਦਾ। ਮਹਾਰਾਜ ਮੇਰੇ ਮਨ ਵਿੱਚ ਸ਼ੰਕਾ ਹੈ ਵੀ ਲੋਕ ਝੂਠ ਕਹਿੰਦੇ ਆ, ਸੰਗਤ ਝੂਠ ਕਹਿੰਦੀ ਹੈ ਕਿ ਮੇਰੇ ਹੀ ਤਤੜੀ ਦੇ ਭਾਗ ਮਾੜੇ ਹਨ। ਏਕ ਘੜੀ ਮੈਂ ਦਰਸ਼ਨ ਕੀਨਾ, ਮੈਂ ਸਿਰਫ ਇੱਕ ਘੜੀ ਤੁਹਾਡਾ ਦਰਸ਼ਨ ਕੀਤਾ ਹੈ ਸੀ। ਪ੍ਰੇਮ ਕਾਮਨਾ ਤੇ ਮਨ ਦੀਨਾ, ਤੇ ਮੇਰੇ ਮਨ ਵਿੱਚ ਪ੍ਰੇਮ ਕਾਮਨਾ ਸ਼ਰਧਾ ਭਾਵਨਾ ਉਹ ਮਨ ਵਿੱਚ, ਤੇ ਮਨ ਮੇਰਾ ਦੀਨ ਆਏ ਨਿਮਾਣਿਆਂ ਵਾਲਾ ਸੀ। ਮਾਰ ਕਹਿਣ ਕੀ ਮੋਹ ਪਰ ਹੋਈ, ਪਰ ਮਹਾਰਾਜ ਮੈਂ ਆਏ ਨਿਮਾਣੀ ਬਣ ਕੇ ਕਾਮਨਾ ਰੱਖ ਕੇ ਪ੍ਰੇਮ ਸ਼ਰਧਾ ਰੱਖ ਕੇ ਤੁਹਾਡੇ ਇੱਕ ਘੜੀ ਦਰਸ਼ਨ ਕੀਤੇ। ਤੁਸੀਂ ਜਮਾਂ ਦੀ ਮਾਰ ਤੋਂ ਕੀ ਬਚਾਉਣਾ ਪਾਤਸ਼ਾਹ, ਪ੍ਰਤੱਖ ਤੌਰ ਤੇ ਮੈਨੂੰ ਬਹੁਤ ਕੁੱਟ ਪਈ ਕਾਜੀ ਪਾਸੋਂ। ਜਾਂ ਤੇ ਮੈਂ ਵਿਚਾਰ ਕਰ ਜੋਈ, ਇਸ ਲਈ ਮੈਂ ਵਿਚਾਰ ਕੀਤੀ ਆ ਆਪਦੇ ਮਨ ਵਿੱਚ ਜੋ ਜੇ ਤੁਮਰੋ ਨਿਤ ਦਰਸ਼ਨ ਕਰੈ। ਵੀ ਮੈਂ ਸੋਚਦੀ ਮਹਾਰਾਜ ਵੀ ਮੈਂ ਤੇ ਇੱਕ ਘੜੀ ਤੁਹਾਡੇ ਦਰਸ਼ਨ ਕੀਤੇ, ਇੰਨੀ ਮਾਰ ਪਈ ਜਿਹੜੇ ਸਿੱਖ ਤੁਹਾਡੇ ਕੋਲ ਰਹਿ ਕੇ ਸਾਰਾ ਦਿਨ ਹੀ ਤੁਹਾਡੇ ਦਰਸ਼ਨ ਕਰਦੇ ਹਨ। ਬਚਨ ਆਨੰਦ ਸੁਨ ਕੇ ਮਨ ਧਰੈ, ਤੁਹਾਡੇ ਬਚਨ ਸੁਣਦੇ ਆ, ਤੁਹਾਡੇ ਨਾਲ ਬਚਨ ਬਿਲਾਸ ਕਰਦੇ ਆ ਤੇ ਮਨ ਵਿੱਚ ਆਨੰਦ ਪ੍ਰਾਪਤ ਕਰਦੇ ਹਨ। ਤਿਨਹੁ ਸਜਾਏ ਨਿਰੰਤਰ ਚਾਹੀਅਤ, ਫਿਰ ਇਹੋ ਜੀ ਕੋੜਿਆਂ ਦੀ ਸਜ਼ਾ ਤਾਂ ਜਿੰਨਾ ਚਿਰ ਮਰ ਨਾ ਜਾਣ ਉਹਨਾਂ ਨੂੰ ਤਾਂ ਸਦਾ ਹੀ ਸਜ਼ਾ ਮਿਲਣੀ ਚਾਹੀਦੀ ਹੈ। ਮੈਨੂੰ ਇੱਕ ਘੜੀ ਦਰਸ਼ਨ ਕਰਨ ਦੇ ਨਾਲ ਮਹਾਰਾਜ ਕੋੜੇ ਪਏ ਐ ਇੰਨੇ, ਤੇ ਜਿਹੜੇ ਸਿੱਖ ਸਾਰਾ ਦਿਨ ਤੁਹਾਡੇ ਦਰਸ਼ਨ ਕਰਦੇ ਬਚਨ ਬਿਲਾਸ ਕਰਦੇ ਆ ਉਹਨਾਂ ਨੂੰ ਤਾਂ ਲਗਾਤਾਰ ਸਜ਼ਾ ਮਿਲਣੀ ਚਾਹੀਦੀ ਹੈ। ਰੂਪ ਸੁਧਾ ਕੇ ਤਸ ਕਰ ਲਹਿਤ, ਇਸ ਹਿਸਾਬ ਨਾਲ ਤਾਂ ਮਹਾਰਾਜ ਤੁਹਾਡੇ ਅੰਮ੍ਰਿਤ ਰੂਪ ਦੇ ਜਾਂ ਰੂਪ ਰੂਪੀ ਅੰਮ੍ਰਿਤ ਦੇ ਜਿਹੜੇ ਵੈ ਉਹ ਚੋਰ ਜਾਣਨੇ ਚਾਹੀਦੇ ਹਨ, ਸਰੂਪ ਰੂਪੀ ਅੰਮ੍ਰਿਤ ਦੇ। ਦੀਨ ਦੁਨੀ ਮਹਿ ਹੋ ਜੋ ਵਾਲੀ, ਹਾਂ ਮਹਾਰਾਜ ਤੁਸੀਂ ਦੀਨ ਭਾਵ ਇੱਥੇ ਉੱਥੇ ਲੋਕ ਪਰਲੋਕ ਵਿੱਚ ਸਾਰਿਆਂ ਦੇ ਵਾਲੀ ਹੁੰਦੇ ਹੋ। ਮਹਾਰਾਜ ਮੇਰੇ ਵੀ ਵਾਲੀ ਬਣੋ ਸੱਚੇ ਪਾਤਸ਼ਾਹ ਜੀ, ਮੈਂ ਸੁਣਿਆ ਹੈ। ਸੋ ਪ੍ਰਸੰਗ ਪਰੇਗਾ ਸਭ ਖਾਲੀ, ਪਰ ਮਹਾਰਾਜ ਮੈਂ ਸੁਣਿਆ ਸੀ ਵੀ ਤੁਸੀਂ ਤਾਂ ਵੱਡਿਆਂ ਤੋਂ ਵੱਡੇ ਹੋ, ਲੋਕ ਪਰਲੋਕ ਵਿੱਚ ਰੱਖਿਆ ਕਰਦੇ ਹੋ, ਪਰ ਮਹਾਰਾਜ ਉਹ ਤਾਂ ਸਾਰਾ ਹੀ ਪ੍ਰਸੰਗ ਖਾਲੀ ਲੰਘ ਗਿਆ। ਤੁਹਾਡੀ ਇੱਕ ਘੜੀ ਦਰਸ਼ਨ ਕਰਨ ਪਿੱਛੇ ਮੈਨੂੰ ਕਿੰਨੀ ਮਾਰ ਪਈ ਹੈ, ਕਿੰਨੀ ਮਾਰ ਸਹਿਣੀ ਪਈ ਹੈ। ਸੁਨੇ ਪੀਰ ਕੇ ਪੀਰ ਵਡੇਰੇ, ਮੈਂ ਤਾਂ ਸੁਣਿਆ ਸੀ ਵੀ ਤੁਸੀਂ ਵੱਡਿਆਂ ਤੋਂ ਵੱਡੇ ਹੋ, ਪੀਰਾਂ ਦੇ ਮਹਾਨ ਪੀਰ ਹੋ। ਮੈਂ ਸਾਈਂ ਮੀਆਂ ਮੀਰ ਜੀ ਵਰਗਿਆਂ ਤੋਂ ਸੁਣਦੀ ਹੁੰਦੀ ਸੀ। ਅਸ ਸੰਸਾ ਉਪਜਤ ਉਰ ਪਰ ਮੇਰੇ, ਮੇਰੇ ਮਨ ਵਿੱਚ ਤਾਂ ਸ਼ੰਕਾ ਪੈ ਗਿਆ ਵੀ ਲੋਕ ਸਿੱਖ ਕਹਿੰਦੇ ਤੁਹਾਡੇ ਦਰਸ਼ਨਾਂ ਦਾ ਫਲ ਇਹ ਵੀ ਪਰਲੋਕ ਦੇ ਵੀ ਜਮਾਂ ਦੀ ਮਾਰ ਤੋਂ ਬਚ ਜਾਈਦਾ, ਪਰ ਮੇਰੇ ਜਮਾਂ ਦੀ ਮਾਰ ਕੀ ਕੱਟੀ ਜਾਣੀ ਸੀ, ਇਸ ਪਰਲੋਕ ਦੀ ਮਾਰ ਵੀ ਕੀ ਕੱਟੀ ਜਾਣੀ ਸੀ। ਉਲਟਾ ਮੇਰੇ ਤਾਂ ਇੱਥੇ ਮਾਤ ਲੋਕ ਵਿੱਚ ਹੀ ਬਹੁਤ ਕੋੜੇ ਪਏ ਹਨ ਤੁਹਾਡੇ ਘੜੀ ਦੇ ਦਰਸ਼ਨਾਂ ਕਰਕੇ। ਇਸ ਲਈ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ, ਜਾਂ ਤਾਂ ਸਿੱਖ ਝੂਠ ਬੋਲਦੇ ਹੈ ਜਾਂ ਮੇਰੇ ਭਾਗ ਮਾੜੇ ਹਨ। ਇਤੇ ਯਾਦਿਕ ਲਿਖ ਕਾਗਦ ਆਛੇ, ਇਹ ਸਾਰਾ ਕੁਝ ਬੀਬੀ ਕੌਲਾਂ ਦੀਆਂ ਕਾਗਜ਼ ਉੱਪਰ ਲਿਖ ਦਿੱਤਾ ਵੈ, ਕਹਿਓ ਜੇ ਮਮ ਤੂੰ ਜੀਵਨ ਤੇ ਬਾਂਛੇ। ਸੋਹਣੀ ਤਰ੍ਹਾਂ ਲਿਖ ਦਿੱਤਾ, ਤੇ ਨਾਲ ਸਖੀ ਨੂੰ ਜਾਂ ਉਹ ਨੌਕਰਾਣੀ ਜਿਹੜੀ ਉਹਨੂੰ ਫੜਾਉਂਦਿਆਂ ਹੋਇਆ ਬੀਬੀ ਕੌਲਾਂ ਜੀ ਕਹਿੰਦੇ ਆ ਕਿ ਹੇ ਸਖੀ, ਹੇ ਦਾਸੀ, ਜੇ ਤੂੰ ਵਾਕਈ ਮੈਨੂੰ ਜਿਉਂਦਾ ਵੇਖਣਾ ਚਾਹੁੰਦੀ ਹੈ, ਕਾਜੀ ਦੇ ਹੱਥੋਂ ਮਰਿਆ ਨਹੀਂ ਵੇਖਣਾ ਚਾਹੁੰਦੀ, ਏਕ ਬਾਰ ਗੁਰ ਕੋ ਪਕੜਾਵੋ, ਤੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਮੇਰੀ ਅਰਦਾਸ ਇਹ ਪਹੁੰਚਾਉਣਾ ਕਰ, ਪਕੜਾਉਣਾ ਕਰ। ਪੁਨ ਸੁਨਾਓ ਜਿਮ ਉੱਤਰ ਪਾਵੋ, ਫਿਰ ਮਹਾਰਾਜ ਤੋਂ ਜਵਾਬ ਲੈ ਕੇ ਆ, ਜੋ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਆ ਉਹ ਮੈਨੂੰ ਆਣ ਕਰਕੇ ਸੁਣਾਉਣਾ ਕਰ। ਦੇਹੋਂ ਦਰਬ ਵਿਭੂਖਨ ਨਾਨਾ, ਮੈਂ ਖੁਸ਼ੀ ਨਾਲ ਤੇਰੀ ਗਰੀਬੀ ਕੱਟ ਦੇਵਾਂਗੀ, ਮੂੰਹੋਂ ਮੰਗੀ ਜਿਹੜੀ ਦੌਲਤ ਧਨ ਗਹਿਣੇ ਸੂਟ ਕੱਪੜਾ ਆਦਿਕ ਦੇਵਾਂਗੀ। ਰੰਗਦਾਰ ਅੰਬਰ ਰਤਵਾਨਾ, ਹਾਂ ਸੋਹਣੇ ਸ਼ੋਭਾ ਵਾਲੇ ਬੇਸ਼ਕੀਮਤੀ ਬਸਤਰ ਜਿਹੜੇ ਆ ਰੰਗ ਬਰੰਗੇ ਬਸਤਰ ਤੈਨੂੰ ਦੇਵਾਂਗੀ। ਨਹਿ ਬਿਸਰੋਂ ਕਬ ਤੋਰ ਅਸਾਨਾ, ਤੇ ਇਹ ਤੇਰਾ ਇਹ ਕੀਤਾ ਹੋਇਆ ਅਹਿਸਾਨ ਜਿਹੜਾ ਮੈਂ ਸਾਰੀ ਉਮਰ ਕਦੇ ਨਹੀਂ ਭੁਲਾਵਾਂਗੀ। ਮੋਕੋ ਕਰਹਿ ਪ੍ਰਾਨ ਕੋ ਦਾਨਾ, ਤੇ ਮੈਂ ਜਾਣਾਂਗੀ ਵੀ ਤੂੰ ਮੇਰੇ ਪ੍ਰਾਣ ਦਾਨ ਕੀਤੇ, ਮੇਰੀ ਜਾਨ ਬਚਾਉਣਾ ਕੀਤੀ ਹੈ। ਸੰਧਿਆ ਭਈ ਤਿਮਰ ਕੁਛ ਛਾਇਓ, ਤੂੰ ਇਸ
ਤਰ੍ਹਾਂ ਇਹਨੇ ਕਹਿ ਦਿੱਤਾ ਬੀਬੀ ਕੌਲਾਂ ਜੀ ਨੇ। ਜਦੋਂ ਸ਼ਾਮ ਪਈ ਵੈ ਮੂੰਹ ਹਨੇਰਾ ਹੋਇਆ, ਜਦੋਂ ਤਿਮਰ ਪਿਆ ਭਾਵ ਜਿਹੜਾ ਹਨੇਰਾ ਪੈ ਗਿਆ ਹੈ। ਦਾਸੀ ਸਮਾ ਜਾਨ ਕੋ ਤੇ ਪਾਇਓ। ਦਾਸੀ ਨੇ ਵਿਚਾਰਿਆ ਵੀ ਇਹ ਸਮਾਂ ਜਾਣ ਦਾ ਠੀਕ ਹੈ, ਵਰਨਾ ਕਾਜੀ ਜਿਹੜਾ ਵੈ ਉਹ ਸ਼ੱਕ ਪੈ ਗਿਆ ਤੇ ਮੈਨੂੰ ਵੀ ਮਾਰੇਗਾ। ਬਿਸਦ ਵਿਸਾਲ ਬਸਤਰ ਬਰ ਲੀਨਾ। ਵੱਡਾ ਚਾਦਰਾ ਚਿੱਟੇ ਰੰਗ ਦਾ ਆਪਣੇ ਉੱਪਰ ਓੜ ਲੈਣਾ ਕੀਤਾ, ਬੁੱਕਲ ਮਾਰ ਲਈ ਹੈ ਤਨ ਸਗਰੋ ਆਛਾਦਨ ਕੀਨਾ। ਤੇ ਆਪਣਾ ਆਪ ਸਾਰਾ ਇਸ ਦਾਸੀ ਨੇ ਢੱਕ ਲੈਣਾ ਕੀਤਾ। ਡੇਰੇ ਨਿਕਟ ਜਾਏ ਸਿੱਖ ਹੇਰਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਡੇਰੇ ਲਾਗੇ ਪਹੁੰਚੀ ਹੈ ਤੇ ਇੱਕ ਸਿੱਖ ਪਹਿਰੇਦਾਰ ਵੇਖਿਆ ਵੈ। ਦੇਹੋ ਕਾਗਦ ਗੁਰ ਕੋ ਇਸ ਬੇਰਾ। ਉਹ ਅਰਦਾਸ ਪੜਾਉਂਦੀ ਹੋਈ ਦਾਸੀ ਕਹਿੰਦੀ ਹੈ, ਗੁਰੂ ਕੇ ਸਿੱਖਾ ਆ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ ਪਹੁੰਚਾਉਣਾ ਕਰੋ। ਲੈ ਤਿਸਨੇ ਅਰਪਿਓ ਤਤਕਾਲਾ। ਤੇ ਇਹ ਸਿੱਖ ਨੇ ਫੜ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਨੂੰ ਜਿਹੜਾ ਵੈ ਪਕੜਾ ਦਿੱਤਾ ਕਾਗਜ਼। ਪੜ੍ਹਿਓ ਖੋਲ ਕਰ ਅਖਿਲ ਹਵਾਲਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਸਾਰਾ ਬੀਬੀ ਕੌਲਾਂ ਦਾ ਪ੍ਰਸੰਗ ਜਿਹੜਾ ਆਪਣੇ ਅੱਖਾਂ ਨਾਲ ਵੇਖਿਆ ਪੜ੍ਹਿਆ ਹੈ। ਪ੍ਰੇਮਾ ਤੁਰ ਦੀਨਾ ਬਹੁ ਡੀਠ। ਵੇਖਿਆ ਵੀ ਜਿਹੜੀ ਕਾਜੀ ਦੀ ਪੁੱਤਰੀ ਹੈ ਕੌਲਾਂ, ਇਹ ਜਿਹੜਾ ਵੈ ਪ੍ਰੇਮਾ ਭਾਵ ਦੇ ਵਿੱਚ ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦਾ ਓਟ ਆਸਰਾ ਤੱਕ ਕੇ ਆਤੁਰ ਹੋਈ ਹੈ। ਭਾਵ ਕਿ ਦੁਖੀ ਔਰ ਦੁਖੀ ਹੋ ਕੇ ਜਿਹੜਾ ਕੋਈ ਬੇਨਤੀ ਕਰੇ ਉਹਨੂੰ ਆਜਜ ਵੀ ਕਹਿ ਦਿੰਦੇ ਆ, ਤੋ ਇਹ ਆਜਜ ਹੋ ਰਹੀ ਹੈ। ਲਿਖਿਓ ਤਿਸੀ ਕਾਗਦ ਕੀ ਪੀਠ। ਤੇ ਗਰੀਬ ਨਵਾਜ ਮਹਾਰਾਜ ਨੇ ਸਾਰਾ ਪ੍ਰਸੰਗ ਪੜ੍ਹ ਕੇ ਉਸੇ ਕਾਗਜ਼ ਦੇ ਪਿਛਲੇ ਪਾਸੇ ਕਲਮ ਚੁੱਕ ਕੇ ਮਹਾਰਾਜ ਨੇ ਆਪਣਾ ਉੱਤਰ ਲਿਖਣਾ ਕੀਤਾ ਹੈ। ਜੋ ਜਹਾਜ਼ ਚੜ੍ਹ ਗਏ ਹਮਾਰੇ। ਮਹਾਰਾਜ ਕਹਿੰਦੇ ਬੀਬੀ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਹਾਜ਼ ਹੈ ਤੇ ਜਿਹੜੇ ਜਿਹੜੇ ਇਸ ਜਹਾਜ਼ ਤੇ ਚੜ੍ਹ ਜਾਂਦੇ। ਉਹਨੇ ਪੁੱਛਿਆ ਨਾ ਮਹਾਰਾਜ ਵੀ ਮੈਂ ਵੀ ਕੀ ਗੁਰੂ ਘਰ ਵਿੱਚ ਸਿੱਖ ਸੱਜ ਸਕਦੀ ਹਾਂ? ਤੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਬੀਬੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਜਹਾਜ਼ ਹੈ, ਇਸ ਜਹਾਜ਼ ਤੇ ਜਿਹੜਾ ਚੜ੍ਹ ਜਾਂਦਾ ਹੈ ਦੀਨ ਦੁਨੀ ਹਮ ਤਿਸ ਰਖਵਾਰੇ। ਉਹਦੇ ਅਸੀਂ ਰਾਖੀ ਕਰਦੇ ਹਾਂ, ਦੀਨ ਤੇ ਦੁਨੀ, ਇੱਥੇ ਵੀ ਤੇ ਅਗਾਂਹ ਪਰਲੋਕ ਵਿੱਚ ਵੀ ਉਹਦੀ ਰਾਖੀ ਕਰਦੇ ਹਾਂ। ਬਿਨਾ ਜਹਾਜ਼ ਚੱਡੇ ਨਹਿ ਤੇ ਵਾਲੀ। ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਹੜਾ ਇਸ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦੇ ਜਹਾਜ਼ ਤੇ ਨਹੀਂ ਚੜ੍ਹਦਾ, ਅਸੀਂ ਉਹਦੀ ਜ਼ਿੰਮੇਵਾਰੀ ਕੋਈ ਨਹੀਂ। ਭਾਵ ਸਾਡੀ ਜਿੰਮਾ ਉਹਦਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦੇ ਜਹਾਜ਼ ਤੇ ਸਿੱਖ ਜਗਤ ਦੇ ਜਹਾਜ਼ ਤੇ ਚੜ੍ਹ ਜਾਂਦਾ, ਉਹਦੀ ਅਸੀਂ ਪੂਰੀ ਪੈਰਵਾਈ ਕਰਦੇ ਹਾਂ, ਉਸੇ ਦੀ ਅਸੀਂ ਰੱਖਿਆ ਕਰਦੇ ਹਾਂ। ਬੜਪੁਰ ਛਨ ਕੀ ਹੈ ਅਸਕਲ। ਵੱਡੇ ਪੁਰਸ਼ਾਂ ਦੀ ਇਹ ਚਾਲ ਹੁੰਦੀ ਮਰਿਆਦਾ ਵੀ ਜਿਹਦੇ ਨਾਲ ਪਰਨ ਕਰਦੇ ਉਸੇ ਦਾ ਜਿੰਮਾ ਪੂਰਾ ਚੁੱਕਦੇ ਹੈ। ਤੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦਾ ਜਹਾਜ਼ ਹੈ, ਜਿਹੜੇ ਚੜ੍ਹ ਗਏ ਹੈ ਉਹਨਾਂ ਦੀ ਰਖਵਾਲੀ ਸਾਡੀ ਹੈ। ਇਹ ਇੱਥੋਂ ਦੀ ਨਹੀਂ ਇਕੱਲੀ, ਪਰਲੋਕ ਤੱਕ ਵੀ ਅਸੀਂ ਰੱਖਿਆ ਕਰਦੇ ਹਾਂ। ਤਿਹ ਸਿੱਖ ਕੇ ਕਰ ਬਹੁਰ ਪਠਾਇਓ। ਤੋ ਇਸ ਤਰ੍ਹਾਂ ਲਿਖ ਕੇ ਨਾ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਤੇ ਉਸੇ ਸਿੱਖ ਨੂੰ ਫੇਰ ਪਕੜਾ ਦਿੱਤਾ ਕਾਗਜ਼। ਦਿਓ ਆਨ ਅਰ ਭੇਵ ਬਤਾਇਓ। ਤੇ ਸਾਰਾ ਭੇਦ ਦੱਸਦਿਆਂ ਹੋਇਆਂ ਉਸ ਸਿੱਖ ਨੇ ਜਿਹੜਾ ਵਾ ਇਹ ਦਾਸੀ ਨੂੰ ਦਿੱਤਾ ਤੇ ਦਾਸੀ ਨੇ ਉਹ ਸਾਰਾ ਜਿਹੜਾ ਹੈ ਪ੍ਰਸੰਗ ਲਿਖਿਆ ਲਿਖਾਇਆ ਮਹਾਰਾਜ ਦਾ, ਉਹ ਜਿਹੜਾ ਗਰੀਬ ਨਵਾਜ ਵੱਲੋਂ ਪੱਤਰ ਹੈ ਉਹ ਆਪਣੇ ਹੱਥ ਕਰ ਲਿਆ ਹੈ। ਉੱਤਰ ਸਤਿਗੁਰ ਨੇ ਲਿਖ ਦੀਨਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉੱਤਰ ਲਿਖ ਦਿੱਤਾ ਹੈ। ਇਹ ਕਹਿ ਦਿੱਤਾ ਸਿੱਖ ਨੇ ਆ ਉੱਤਰ ਤੁਹਾਡਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲੋਂ ਲਿਖਿਆ ਹੋਇਆ ਹੈ। ਸੁਨ ਹਰਖੀ ਕਾਗਦ ਸੋ ਲੀਨਾ। ਤੇ ਉਹ ਕਾਗਜ਼ ਲੈ ਕੇ ਬਹੁਤ ਪ੍ਰਸੰਨ ਹੋਈ ਦਾਸੀ ਜੋ। ਕੌਲਾਂ ਕੇ ਕਰ ਸੋ ਪਕੜਾਇਓ। ਲਿਆ ਕੇ ਤੇ ਬੀਬੀ ਕੌਲਾਂ ਜੀ ਦੇ ਹੱਥ ਪਕੜਾ ਦਿੱਤਾ ਹੈ। ਦੇਨ ਰੋ ਲੈਨ ਪ੍ਰਸੰਗ ਤੇ ਬਤਾਇਓ। ਸਾਰਾ ਕੁਝ ਦੱਸ ਦਿੱਤਾ ਵੀ ਜਿਵੇਂ ਮੈਂ ਪਹੁੰਚ ਕੀਤੀ ਤੇ ਸਿੱਖ ਨੂੰ ਬੇਨਤੀ ਕੀਤੀ ਉਹਨੇ, ਮਹਾਰਾਜ ਤੋਂ ਪੜ੍ਹਾ ਕੇ ਇਹ ਪੱਤਰ ਤੇ ਉੱਤਰ ਵੀ ਲਿਖਵਾ ਕੇ ਮੈਨੂੰ ਦੇ ਦਿੱਤਾ ਹੈ। ਸਭ ਤੇ ਛਪ ਕਰ ਦੀਪਕ ਪਾਸ। ਤੋ ਇਸ ਤਰ੍ਹਾਂ ਫਿਰ ਇਹ ਬੀਬੀ ਕੌਲਾਂ ਨੇ ਉਹ ਪੱਤਰ ਨੂੰ ਪਕੜਿਆ ਤੇ ਰਾਤ ਦਾ ਹਨੇਰਾ ਹੋਣ ਕਰਕੇ ਦੀਵੇ ਦੇ ਪਾਸ ਜਾ ਕਰਕੇ ਖੋਲ ਬਿਲੋਕਿਓ ਹੋਤ ਹੁਲਾਸ। ਖੋਲ ਕੇ ਪ੍ਰਸੰਨ ਹੁੰਦੀ ਹੋਈ ਬੀਬੀ ਕੌਲਾਂ ਜੀ ਇਹ ਪੱਤਰ ਮਹਾਰਾਜ ਸੱਚੇ ਪਾਤਸ਼ਾਹ ਦਾ ਜਵਾਬ ਪੜ੍ਹ ਰਹੇ ਹਨ। ਉੱਤਰ ਪਠਿਓ ਪ੍ਰੇਮ ਤੇ ਗਦ ਗਦ। ਇਉਂ ਕਹਿ ਲਓ ਵੀ ਜਿਵੇਂ ਆਪਾਂ ਅਰਦਾਸ ਕਰਦੇ ਹਾਂ ਤੇ ਅੱਗੋਂ ਹੁਕਮ ਆਉਂਦਾ ਖਾਲਸਾ ਜੀ ਗੁਰੂ ਮੁਖ ਤੋਂ ਹੈ ਨਾ, ਤੋ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਬੀਬੀ ਦੀ ਕੀਤੀ ਹੋਈ ਅਰਦਾਸ ਦਾ ਹਜ਼ੂਰ ਵੱਲੋਂ ਹੁਕਮ ਆ ਗਿਆ ਹੈ। ਉਹ ਖੋਲ ਕੇ ਪੱਤਰ ਜਦੋਂ
ਇਸ ਨੇ ਖੁਸ਼ੀ ਪੜ੍ਹਨਾ ਕੀਤਾ ਹੈ ਤੇ ਬਹੁਤ ਗਦਗਦ ਕਹੀਏ ਗਲਾ ਭਰ ਆਇਆ ਹੈ, ਬਹੁਤ ਪ੍ਰਸੰਨਤਾ ਪ੍ਰਾਪਤ ਹੋਈ ਹੈ। ਹਿਰਦੇ ਆਨੰਦਤ ਫਿਰ ਬਦ ਤੇ ਬਦ। ਪੁਨਾ ਇਹ ਬੀਬੀ ਕੌਲਾਂ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਪੜ੍ਹ ਰਹੇ ਹੈ, ਪੜ੍ਹਦੇ ਆ ਤੇ ਗਲਾ ਰੁਕ ਜਾਂਦਾ ਹੈ, ਬਹੁਤ ਪ੍ਰਸੰਨਤਾ ਆਨੰਦ ਆ ਰਿਹਾ ਹੈ। ਕਲਮ ਦਾਨ ਲੈ ਹੋਏ ਅਕੇਲੀ। ਸਤਿਗੁਰਾਂ ਦਾ ਜਵਾਬ ਜਿਹੜਾ ਉਹ ਪੱਤਰ ਹੁਕਮ ਪੜ੍ਹ ਕੇ ਫਿਰ ਕਲਮ ਤੇ ਦਵਾਤ ਲੈ ਕਰਕੇ ਲਿਖਣ ਬੈਠੀ ਹੈ। ਲਿਖਿਓ ਬਹੁਰ ਔਰ ਦੀਹ ਦੁਹੇਲੀ। ਬੜਾ ਦੀਨ ਦਹੇਲੀ ਭਾਵ ਕਿ ਆਜਿਜ਼ ਹੋ ਕਰਕੇ ਆਇਨ ਮਾਣੀ ਹੋ ਕਰਕੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਬਾਬਤ ਲਿਖਿਆ ਹੈ। ਸੁਣੀਐ ਹੈ ਗੁਰੂ ਗਰੀਬ ਨਿਵਾਜੂ। ਹੇ ਗਰੀਬ ਨਿਵਾਜ, ਗਰੀਬਾਂ ਨੂੰ ਨਿਵਾਜਣ ਵਾਲੇ ਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪ੍ਰਾਰਥਨਾ ਅਰਦਾਸ ਸੁਣਨਾ ਕਰੋ ਜੀ। ਮੈਂ ਤਨ ਮਨ ਤੇ ਚੜ੍ਹੀ ਜਹਾਜੂ। ਮਹਾਰਾਜ ਮੈਂ ਤੁਹਾਡੇ ਦਰ ਘਰ ਦੀ ਸੇਵਕ ਤਨ ਮਨ ਕਰਕੇ ਗਰੀਬ ਨਿਵਾਜ ਤੁਹਾਡੇ ਨਾਮ ਦੇ ਜਹਾਜ਼ ਉੱਪਰ ਅਸਵਾਰ ਹਾਂ। ਆਪ ਸੰਭਾਰੋ ਗਹੀਐ ਬਾਹੂ। ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਆਪ ਆਖਿਆ ਵੀ ਜਹਾਜ਼ ਨਾਮ ਦੇ ਜਹਾਜ਼ ਤੇ ਚੜ੍ਹਿਆਂ ਦੀ ਅਸੀਂ ਲਾਜ ਰੱਖਦੇ ਤੇ ਮੈਂ ਸੁਖਮਣੀ ਸਾਹਿਬ ਦੀ ਨਿਤਨੇਮੀ ਹਾਂ। ਸੱਚੇ ਪਾਤਸ਼ਾਹ ਜਪਜੀ ਸਾਹਿਬ ਦੇ ਬੇਅੰਤ ਪਾਠ ਔਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਸੋਭਾ ਸਾਈਂ ਮੀਆਂ ਮੀਰ ਜੀ ਪਾਸੋਂ ਸੁਣਾਉਂਦੀ ਰਹਿੰਦੀ ਹਾਂ। ਸੱਚੇ ਪਾਤਸ਼ਾਹ ਜੇ ਤੁਹਾਡਾ ਇਹ ਬਿਰਧ ਹੈ ਜੋ ਸਰਣ ਆਵੈ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਦਾ। ਮਹਾਰਾਜ ਤੁਹਾਡੇ ਨਾਮ ਦੇ ਜਹਾਜ਼ ਤੇ ਚੜ੍ਹਿਆਂ ਦੀ ਮੇਰੀ ਵੀ ਲਾਜ ਰੱਖੋ ਜੀ। ਕਰੋ ਸੇਵ ਦਾਸੀ ਪਗ ਪਾਹੂ। ਮਹਾਰਾਜ ਮੈਂ ਆਪ ਜੀ ਕੇ ਚਰਨਾਂ ਵਿੱਚ ਰਹਿ ਕਰਕੇ ਦਾਸੀ ਬਣ ਕੇ ਆਪ ਜੀ ਦੀ ਸੇਵਾ ਕਰਨੀ ਲੋਚਦੀ ਹਾਂ। ਕੈ ਨਿਜ ਕਰਤੇ ਦੇਹੋ ਤਕੇਲਾ। ਜੇ ਨਹੀਂ ਸੱਚੇ ਪਾਤਸ਼ਾਹ ਮੈਂ ਸਿੱਖ ਬਣ ਸਕਦੀ ਤੁਹਾਡੇ ਦਰ ਘਰ ਦੀ ਤੁਰਕ ਹੋਣ ਕਰਕੇ ਤੇ ਪਾਤਸ਼ਾਹ ਮੈਨੂੰ ਬੇਸ਼ੱਕ ਆਪਣੇ ਹੱਥੀਂ ਧੱਕਾ ਦੇ ਦਿਓ ਇਸ ਜਹਾਜ਼ ਤੋਂ। ਬਰੋਂ ਤੁਰਤ ਪਾਸੀ ਕਰ ਮੇਲਾ। ਤੋਹੇ ਸੱਚੇ ਪਾਤਸ਼ਾਹ ਜਾਂ ਮੈਨੂੰ ਇਸ ਨਾਮ ਦੇ ਜਹਾਜ਼ ਤੋਂ ਧੱਕਾ ਦੇ ਦਿਓ ਜੇ ਸੱਚੇ ਪਾਤਸ਼ਾਹ ਮੈਂ ਤੁਰਕ ਹੋਣ ਕਰਕੇ ਤੁਹਾਡੇ ਘਰ ਸਿੱਖ ਨਹੀਂ ਬਣ ਸਕਦੀ ਪਾਤਸ਼ਾਹ। ਜੇ ਨਹੀਂ ਤੇ ਫਿਰ ਆਪ ਜੀ ਕਿਰਪਾ ਕਰਕੇ ਮਹਾਰਾਜ ਮੇਰੇ ਚਰਨ ਪਿਆਂ ਦੀ ਆਪ ਜੀ ਦੇ ਤੇ ਕਿਰਪਾ ਕਰਕੇ ਲਾਜ ਰੱਖੋ ਗਰੀਬ ਨਵਾਜ। ਇਹ ਬੇਨਤੀ ਕੀਤੀ। ਫਿਰ ਨਾਲੇ ਵੀ ਕਹਿ ਦਿੱਤਾ ਨਹੀਂ ਤਾਂ ਮਰੋ ਤੁਰਤ ਪਾਸੀ ਗੁਰ ਮੇਲਾ। ਪਾਸੀ ਨਾਮ ਫਾਈ ਦਾ ਹੈ ਮਹਾਰਾਜ ਮੈਂ ਫਾਂਸੀ ਗਲ ਵਿੱਚ ਮੇਲ ਕੇ ਮਰ ਜਾਵਾਂਗੀ। ਪਿਤ ਕੇ ਘਰ ਮੈਂ ਜਿਉ ਨਾ ਕੈਸੀ। ਮਹਾਰਾਜ ਜੇ ਮੇਰੇ ਭਾਗ ਵਿੱਚ ਸਿੱਖੀ ਨਹੀਂ ਗਰੀਬ ਨਵਾਜ ਤਾਂ ਫਿਰ ਮੇਰਾ ਇਹ ਵੀ ਦੋਸ਼ ਨਹੀਂ ਕਿ ਮੈਂ ਕਾਜੀ ਦੇ ਘਰ ਵਿੱਚ ਪੈਦਾ ਹੋਈ ਹਾਂ। ਤੁਰਕਾਂ ਨਾਲ ਜੇ ਮੇਲ ਮਿਲਾਪ ਨਹੀਂ ਹੈ ਕਿਉਂਕਿ ਹਿੰਦੂ ਨਹੀਂ ਸਨ ਰੱਖਦੇ। ਹਿੰਦੂ ਇਹਨਾਂ ਨੂੰ ਖਾਲਸਾ ਜੀ ਮਲੇਸ਼ ਕਹਿੰਦੇ ਸੀ ਤੇ ਇਹ ਉਹਨਾਂ ਨੂੰ ਕਾਫਰ ਕਹਿ ਛੱਡਦੇ ਸਨ। ਤੋ ਮੇਲ ਮਿਲਾਪ ਉਹਨਾਂ ਸਮਿਆਂ ਵਿੱਚ ਕੋਈ ਨਹੀਂ ਹੈ ਸੀ। ਤੋ ਇਸ ਤਰ੍ਹਾਂ ਕਹਿ ਰਹੀ ਹੈ ਇਹ ਸੱਚੇ ਪਾਤਸ਼ਾਹ ਪਿਤ ਕੇ ਘਰ ਮੈਂ ਜੀਓ ਨਾ ਕੈਸੇ। ਗਰੀਬ ਨਵਾਜ ਮਹਾਰਾਜ ਇਸ ਕਾਜੀ ਦੇ ਘਰ ਵਿੱਚ ਮੈਂ ਕਿਸੇ ਤਰ੍ਹਾਂ ਵੀ ਜਿਉਂਦੀ ਨਹੀਂ ਬਚਾਂਗੀ। ਮਹਾ ਰੋਗ ਤੇ ਆਤਰ ਜੈਸੇ। ਜਿਵੇਂ ਕੋਈ ਮਹਾਨ ਰੋਗ ਤੋਂ ਦੁਖੀ ਹੁੰਦਾ ਹੈ। ਦੋਏ ਮਹਿ ਏਕ ਬਾਤ ਹੋਏ ਮੋਹੀ। ਇਸ ਤਰ੍ਹਾਂ ਵਿਜੋਗ ਦੇ ਦੁੱਖ ਤੋਂ ਸੱਚੇ ਪਾਤਸ਼ਾਹ ਮਹਾਰਾਜ ਮੈਂ ਇੱਥੇ ਜਿਹੜਾ ਹੈ ਕਾਜੀ ਦੇ ਹੱਥੋਂ ਮਰ ਜਾਵਾਂਗੀ ਜਾਂ ਜਿਉਂਦੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੋਹੇ ਮੈਂ ਏਕ ਬਾਤ ਹੋਏ ਮੋਹੀ। ਮਹਾਰਾਜ ਦੋਵਾਂ ਚੋਂ ਇੱਕ ਬਾਤ ਜਿਹੜੀ ਵੈ ਕੌਤਕ ਘਟਨਾ ਮੇਥੋਂ ਹੋਵੇਗੀ। ਕਹਿ ਮਰ ਹੋਂ ਕਹਿ ਦੇਖੋ ਤੋਹੀ। ਜਾਂ ਮਹਾਰਾਜ ਤੁਹਾਡੇ ਚਰਨਾਂ ਦੀ ਸਿੱਖੀ ਤੇ ਜਾਂ ਗਰੀਬ ਨਵਾਜ ਫਿਰ ਮੇਰੇ ਕਰਮਾਂ ਵਿੱਚ ਮੌਤ ਹੈ। ਘੋਰ ਮਹਾ ਬਿਖ ਤੀਖਨ ਪੀਵੋ। ਹਾਂ ਬਿਖ ਨਾਮ ਜ਼ਹਿਰ ਦਾ ਮਹਾਨ ਜਿਹੜਾ ਜ਼ਹਿਰ ਹੈ ਘੋਲ ਕਰਕੇ ਪੀ ਕੇ ਮੈਂ ਜਿਹੜੀ ਪ੍ਰਾਣਾਂ ਦੀ ਆਹੂਤੀ ਦੇ ਦੇਵਾਂ। ਤੁਮ ਪਰ ਹਰਹੁ ਤਨਕ ਨਹਿ ਜੀਵੋ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਤੁਹਾਡੇ ਨਾਮ ਤੋਂ ਬਿਨਾਂ ਦਰਸ਼ਨ ਤੋਂ ਬਿਨਾਂ ਮੈਂ ਤਨਕ ਮਾਤਰ ਵੀ ਜਿਉਣਾ ਨਹੀਂ ਲੋਚਦੀ ਹਾਂ। ਇਮ ਕਹਿ ਦਾਸੀ ਬਹੁਰ ਪਠਾਈ। ਇਹ ਪੱਤਰ ਲਿਖ ਕੇ ਅਰਦਾਸ ਬੇਨਤੀ ਫੇਰ ਦਾਸੀ ਨੂੰ ਭੇਜ ਦਿੱਤਾ ਹੈ। ਗਈ ਗੁਰੂ ਕੇ ਟਿਗ ਪਹੁੰਚਾਈ। ਤੇ ਇਹ ਪੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਜਦੋਂ ਅਰਦਾਸ ਪਹੁੰਚੀ ਹੈ। ਖੋਲ ਪਠਿਓ ਨਿਸ਼ਚਲ ਤਬ ਜਾਨੀ। ਮਹਾਰਾਜ ਨੇ ਨਿਸ਼ਚਲ ਤੌਰ ਤੇ ਇਹ ਚਿੱਠੀ ਖੋਲ ਕੇ ਜਾਂ ਇਹ ਪੜ੍ਹ ਲਿਆ ਵੀ ਇਸ ਸਿੱਖ ਦਾ ਬੀਬੀ ਕੌਲਾਂ ਦਾ ਮਨ ਐਨ ਪਰਪੱਕ ਹੋ ਚੁੱਕਾ ਹੈ। ਦਾਸਨ ਕੇ ਪ੍ਰਿਯ ਕੀਨ ਬਖਾਨੀ। ਤੋ ਇਸ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰਾ ਪੱਤਰ ਪੜ੍ਹ ਕਰਕੇ ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਤੇ ਇਹ ਬਖਾਨਣੀ ਕਹੀਏ ਲਿਖਣਾ ਕੀਤਾ ਹੈ। ਧੀਰਜ ਤਰਹੁ ਕਾਮਨਾ ਤੇਰੀ। ਜਵਾਬ ਇਹ ਦਿੱਤਾ ਮਹਾਰਾਜ ਨੇ ਵੀ ਧੀਰਜ ਧਰਨਾ ਪਵੇਗਾ ਬੀਬੀ ਕੌਲਾਂ, ਧੀਰਜ ਧਰਨਾ ਪਵੇਗਾ। ਜਿਹੜੇ ਤੇਰੇ ਮਨ ਵਿੱਚ ਸਿੱਖੀ ਧਾਰਨ ਦਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਰਹਿਣ ਦਾ ਜਿਹੜਾ ਤੇਰੇ ਮਨ ਦੇ ਵਿੱਚ ਕਾਮਨਾ ਇੱਛਾ ਹੈ ਹਮ ਪੂਰਨ ਕਰ ਹੈ ਇਸ ਬੇਰੀ। ਇਸ ਵਾਰੀ ਅਸੀਂ ਜ਼ਰੂਰ ਪੂਰੀ ਕਰਾਂਗੇ। ਤੋ ਇਸ ਵਾਰੀ ਦਾ ਮਤਲਬ ਇਹ ਹੈ ਕਿ ਕਈ ਭਾਈ ਵਾਹਿਗੁਰੂ
ਭਗਤ ਰਵਿਦਾਸ ਜੀ ਸੱਚੇ ਪਾਤਸ਼ਾਹ ਮਹਾਰਾਜ ਅਕਾਲ ਪੁਰਖ ਦੇ ਬਾਬਤ ਬੇਨਤੀ ਕਰਦੇ ਨਾ, ਬਹੁਤ ਜਨਮ ਵਿਛੜੇ ਥੇ ਮਾਧੋ ਚਿਰ ਭਇਓ ਦਰਸ਼ਨ ਦੇਖੇ। ਭਾਵ ਇਹਦਾ ਵੀ ਚਿਰ ਭਇਓ, ਬੜਾ ਸਮਾਂ ਹੋ ਗਿਆ ਦਰਸ਼ਨ ਦੇਖੇ ਸੀ, ਪਰ ਬਹੁਤ ਜਨਮ ਵਿਛੜੇ ਥੇ ਮਾਧੋ, ਬੜੇ ਜਨਮਾਂ ਦਾ ਵਿਛੋੜਾ ਹੈ ਪਾਤਸ਼ਾਹ, ਇਸ ਵਾਰੀ ਫੇਰ ਮਹਾਰਾਜ ਮੇਲ ਲਓ ਅਕਾਲ ਪੁਰਖ ਜੀ। ਤੋ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੋਂ ਪ੍ਰਸਿੱਧ ਪ੍ਰਗਟ ਪ੍ਰਤੱਖ ਹੁੰਦਾ ਹੈ ਕਿ ਹਮ ਮਹਾਰਾਜ ਕਹਿੰਦੇ ਹਮ ਪੂਰਨ ਕਰ ਹੈ ਇਸ ਬੇਰੀ, ਜਿਹੜੀ ਤੇਰੀ ਇੱਛਾ ਨੇ ਪਰਮੇਸ਼ਰ ਦੀ ਪ੍ਰਾਪਤੀ ਦੀ, ਉਹ ਇਸ ਵਾਰੀ ਅਸੀਂ ਜ਼ਰੂਰ ਪੂਰੀ ਕਰਾਂਗੇ। ਚੜ੍ਹੈ ਸੁਦਾਸਰ ਕੋ ਜਿਸ ਕਾਲ, ਜਦੋਂ ਅਸੀਂ ਇੱਥੋਂ ਅੰਮ੍ਰਿਤਸਰ ਸਾਹਿਬ ਨੂੰ ਚੜ੍ਹਨਾ ਹੈ, ਤੋ ਕਹੋ ਲੈ ਗਮ ਨਹਿ ਤਬ ਨਾਲ, ਤੇ ਤੈਨੂੰ ਨਾਲ ਹੀ ਲੈ ਕਰਕੇ ਅਸੀਂ ਸਿੱਖਾਂ ਸਮੇਤ ਪਹੁੰਚ ਜਾਣਾ ਹੈ ਅੰਮ੍ਰਿਤਸਰ। ਕਨੇ ਦਿਵਸ ਨਹਿ ਲਵ ਪੁਰ ਰਹੈ, ਬਾਕੀ ਅਸੀਂ ਹੁਣ ਬਹੁਤੇ ਦਿਨ ਇੱਥੇ ਲਾਹੌਰ ਵਿੱਚ ਨਹੀਂ ਰਹਾਂਗੇ। ਆਜ ਕਾਲ ਮੈਂ ਤਿਆਰੀ ਹੈ, ਅੱਜ ਜਾਂ ਕੱਲ ਜਿਹੜਾ ਤਿਆਰਾ ਸਾਡੇ ਸਾਰੇ ਪੜਾਅ ਦਾ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਦਾ ਤਿਆਰਾ ਹੈ। ਸੁਣ ਦਾਸੀ ਉਰ ਹਰਖਤ ਹੋਈ, ਸੁਣ ਕੇ ਦਾਸੀ ਚਿੱਠੀ ਪਕੜ ਕਰਕੇ ਬੜੀ ਪ੍ਰਸੰਨ ਹੋਈ ਹੈ। ਆਨ ਬਰੀ ਨਹਿ ਹੇਰਤ ਕੋਈ, ਨਾ ਵੇਖਦਿਆਂ ਹੋਇਆ ਫੇਰ ਬੀਬੀ ਕੌਲਾਂ ਜੀ ਦੇ ਆਣ ਘਰ ਵੜੀ ਹੈ। ਕਿਰਪਾ ਨਿਧਾਨ ਕਿਰਪਾ ਬਹੁ ਕੀਨ, ਆਖਿਆ ਹੈ ਬੀਬੀ ਕੌਲਾਂ ਤੇਰੇ ਤੇ ਕਿਰਪਾ ਦੇ ਖਜ਼ਾਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਬੜੀ ਕਿਰਪਾ ਕੀਤੀ ਵੈ। ਤੁਝ ਕੋ ਅਬ ਆਪਣੀ ਕਰ ਲੀਨ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰਾਮਤ ਕਰਦਿਆਂ ਤੇਰੇ ਸ਼ਰਨ ਪਏ ਦੀ ਲਾਜ ਰੱਖ ਲਈ ਹੈ। ਤੈਨੂੰ ਜਿਹੜਾ ਵੇ ਆਪਦੇ ਸਿੱਖਾਂ ਵਾਂਗੂ ਭਾਵ ਨਹੀਂ ਵਿਤਕਰਾ ਕਰਨਗੇ ਵੀ ਤੇਰੇ ਤੁਰਕਾਂ ਦਾ ਘਰ ਜਨਮ ਹੈ, ਆਪਣਿਆਂ ਵਾਂਗ ਅਪਣਾਇਆ ਹੈ। ਸਰਬ ਪ੍ਰਕਾਰ ਭਰੋਸਾ ਦੀਨ, ਤੇ ਸਭ ਤਰ੍ਹਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀਆਂ ਭਰੋਸਾ ਦਿੱਤਾ ਹੈ। ਆਪਣੇ ਬਿਖੈ ਪ੍ਰੇਮ ਤੋ ਚੀਨ, ਵੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਵੀ ਜਾਣ ਲਿਆ ਹੈ ਪਰ ਇਹ ਅਰਦਾਸ ਪੜ੍ਹ ਕੇ ਵੀ ਤੇਰੇ ਮਨ ਵਿੱਚ ਵਾਕਿਆ ਹੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀਆਂ ਦੇ ਘਰ ਦੇ ਬਾਬਤ ਸ਼ਰਧਾ ਪ੍ਰੇਮ ਅਰ ਸਤਿਕਾਰ ਹੈ। ਚੱਲਹਿ ਸੁਦਾਸਰ ਲੈ ਤਬ ਸਾਥ, ਜਦੋਂ ਅਸੀਂ ਸੁਦਾਸਰ ਕੀ ਅੰਮ੍ਰਿਤਸਰ ਸਾਹਿਬ ਜਾਵਾਂਗੇ ਉਦੋਂ ਨਾਲ ਲੈ ਕੇ ਜਾਵਾਂਗੇ। ਅਬ ਲਵਪੁਰ ਨਹਿ ਬਸ ਹੈ ਨਾਥ, ਬਹੁਤਾ ਸਮਾਂ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਲਾਹੌਰ ਵਿੱਚ ਨਹੀਂ ਰਹਿਣਗੇ। ਸੁਨ ਕੌਲਾਂ ਸਮ ਕਮਲ ਬਿਲੋਚਨ, ਦਾਸੀ ਤੋਂ ਸੁਣ ਕੇ ਬੀਬੀ ਕੌਲਾਂ ਦੇ ਕਹਿੰਦੇ ਨੇਤਰ ਜਿਹੜੇ ਵੈ ਜਿਵੇਂ ਕਮਲ ਵਾਂਗੂ ਖਿੜਦੇ ਐ, ਜਾਂ ਆਪਣਾ ਆਪ ਹੀ ਕਮਲ ਵਾਂਗੂ ਖਿੜ ਗਿਆ ਹੈ। ਕਰ ਚਿਤ ਕੀ ਸਭ ਸੋਚ ਵਿਮੋਚਨ, ਤੇ ਮਨ ਦੀਆਂ ਸੋਚਾਂ ਵਿਚਾਰਾਂ ਵੀ ਖੌਰੇ ਵੀ ਸਿੱਖ ਨਹੀਂ ਬਣਿਆ ਜਾ ਸਕਦਾ ਤੁਰਕ ਹੋ ਕਰਕੇ, ਸਭ ਸੋਚਾਂ ਮਹਾਰਾਜ ਨੇ ਕੱਟ ਦਿੱਤੀਆਂ ਨੇ। ਬਾਰ ਬਾਰ ਬੂਝਤ ਹੈ ਦਾਸੀ, ਤੇ ਵਾਰ-ਵਾਰ ਦਾਸੀ ਨੂੰ ਇਹ ਬਚਨ ਪੁੱਛਦੀ ਹੈ, ਸਗਰੀ ਬਾਤ ਕਰਹੁ ਮੁਝ ਵੀ ਪਾਸੀ, ਸਾਰੀ ਬਾਤ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਾਬਤ ਮੁੱਢ ਤੋਂ ਦੁਬਾਰਾ ਫਿਰ ਮੈਨੂੰ ਸੁਣਾਉਣੀ ਕਰ। ਮੁਝ ਪਰ ਕਿਰਪਾ ਕਰਤ ਕਹਿ ਨਾਹੀ, ਮੈਨੂੰ ਪਤਾ ਲੱਗੇ ਵੀ ਕੀ ਸੱਚ ਬੋਲਦੀ ਆ ਵੀ ਗੁਰੂ ਹਰਗੋਬਿੰਦ ਸਾਹਿਬ ਮੇਰੇ ਤੇ ਪ੍ਰਸੰਨ ਹੈ, ਕਿਰਪਾ ਹੈ ਸਤਿਗੁਰਾਂ ਦੀ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੇ ਦਰ ਘਰ ਦੀ ਸੇਵਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਿੱਖੀ ਬਖਸ਼ਣਗੇ ਕਿ ਨਹੀਂ। ਵਾਰ-ਵਾਰ ਸੁਣ ਕੇ ਮੈਂ ਨਿਰਣਾ ਕਰ ਲਵਾਂ ਤੈਥੋਂ। ਰੁਖ ਪਰਖਿਓ ਕਹਿ ਨਹਿ ਹੋਏ ਪਾਹੀ, ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਸੀ ਤਾਂ ਰੁਖ ਪਰਖਿਆ ਸੀ ਮਹਾਰਾਜ ਦਾ ਵੀ ਕਿਤੇ ਉੱਪਰੋਂ ਤਾਂ ਨਹੀਂ ਕਹਿ ਰਹੇ। ਵਾਕਈ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਤਰ੍ਹਾਂ ਦੇ ਹਨ ਜੋ ਕਹਿ ਰਹੇ ਹੋ ਪੂਰਾ ਕਰਦੇ ਆ। ਨਹੀਂ ਟਾਰ ਕੀ ਨਸ ਕਹੋ ਕੈਸੇ, ਤੋ ਇਸ ਤਰ੍ਹਾਂ ਕਿ ਹੋਰ ਕੋਈ ਵਾਰਤਾ ਸਤਿਗੁਰਾਂ ਦੀ ਕਿ ਟਾਲਣ ਵਾਸਤੇ ਤੈਨੂੰ ਇਸ ਤਰ੍ਹਾਂ ਦੇ ਬਚਨ ਕਹਿ ਦਿੱਤੇ ਹਨ। ਸੁਣ ਦਾਸੀ ਭਾਖਤ ਪੁਨ ਤੈਸੇ, ਸੁਣ ਕੇ ਦਾਸੀ ਕਹਿ ਰਹੀ ਹੈ ਫਿਰ ਉਸੇ ਤਰ੍ਹਾਂ ਸੁਣਾ ਦਿੰਦੀ ਹੈ ਵੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਟਾਲਣ ਵਾਸਤੇ ਇਹ ਬਚਨ ਨਹੀਂ ਕਹੇ ਹਨ। ਅਧਿਕ ਸ਼ੁੱਧਤ ਸਮ ਕਿਉ ਡਹਿ ਕਹਿ ਹੈ, ਤੂੰ ਕਿਉਂ ਜਿਵੇਂ ਬਹੁਤਾ ਭੁੱਖਾ ਹੁੰਦਾ ਕੋਈ ਜਨਮਾਂਤਰਾਂ ਦਾ ਇਸ ਤਰ੍ਹਾਂ ਕਰ ਰਹੀ ਹੈ। ਕਿਤਕ ਦਿਵਸ ਮਹਿ ਟਿਗ ਹੋਏ ਜੈ ਹੈ, ਕੁਝ ਸਮੇਂ ਦੀ ਬਾਤ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਚਾਲਾ ਪਾਉਣਗੇ ਤੇ ਤੂੰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਅੰਮ੍ਰਿਤਸਰ ਸਾਹਿਬ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਅਰ ਸੇਵਾ ਸੰਭਾਲ ਦੀ ਦਾਤ ਮਹਾਰਾਜ ਦੇ ਘਰੋਂ ਮਿਲਣੀ ਹੈ। ਪੂਰਬ ਜਨਮ ਹੋਤੀ ਵੱਡ ਭਾਗਨ, ਇਹ ਤਾਂ ਪਿਛਲੇ ਜਨਮ ਦਾ ਬੀਬੀ ਕੌਲਾਂ ਤੇਰਾ ਕੋਈ ਵੱਡਾ ਹੀ ਭਾਗ ਹੈ। ਮਹਿਦ ਪੀਰ ਕੀ ਪੀ ਵੀ ਅਨੁਰਾਗਨ, ਵੱਡਿਆਂ ਤੋਂ ਵੱਡੇ ਪਾਤਸ਼ਾਹ ਦੇ ਪਾਤਸ਼ਾਹ ਬਾਦਸ਼ਾਹ ਦੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਮਹਾਰਾਜ ਦੇ ਘਰ ਦੀ ਪ੍ਰੇਮਾ ਭਗਤੀ ਤੇਰੇ ਵਿੱਚ ਜਾਗੀ ਹੈ। ਤੂੰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਵਿਰਾਗ ਪ੍ਰੇਮ ਧਾਰਿਆ ਹੈ। ਪਿਛਲੇ ਜਨਮ ਦਾ ਕੋਈ ਵੱਡਾ ਹੀ ਤੇਰਾ ਭਾਗ ਹੈ। ਸੁਨ ਆਨੰਦ ਔਰ ਲੀਨ ਦੁਰਾਈ, ਸੁਣ ਕੇ ਬੜਾ ਆਨੰਦ ਪ੍ਰਾਪਤ ਹੋਇਆ, ਮਾਨੋ ਕੋਈ ਆਨੰਦ ਛਪਾਉਂਦਾ ਹੋਵੇ। ਬੀਬੀ ਕੌਲਾਂ ਇਸ ਤਰ੍ਹਾਂ ਕਰਦੇ ਐ। ਪਰੀ ਸੇਜ ਪਰ ਪੀ ਨ ਖਾਈ, ਤੇ ਮਨ ਵਿੱਚ ਉਹ ਜਿਹੜੀ ਸਰੀਰ ਦੀ ਪੀੜ ਹੈ ਜਿਹੜੀ ਉਹ ਮਨ ਕਰਕੇ ਕੋਈ ਨਹੀਂ ਮਹਿਸੂਸ ਹੁੰਦੀ ਹੈ। ਮਾਨੋ ਸਾਰੀ ਪੀੜਾ
ਨਾਸ਼ ਹੋ ਗਈ ਹੈ ਤੇ ਆਪਣੇ ਪਲੰਘੇ ਤੇ ਜਾ ਬਰਾਜੀ ਹੈ। ਜਨ ਨਾਗਨ ਮਨ ਹਿਰਦੇ ਛਪਾਈ। ਕਹਿੰਦੇ ਜਿਵੇਂ ਹਿਰਦੇ ਵਿੱਚ ਨਾਗ ਜਿਹੜਾ ਮਣੀ ਛੁਪਾ ਲੈਂਦਾ ਹੈ, ਪ੍ਰਸੰਨਤਾ ਇੰਨੀ ਵੀ ਬਾਹਰੋਂ ਨਹੀਂ ਦਿਸਦੀ ਹੈ ਪ੍ਰਸੰਨਤਾ, ਪਰ ਹਿਰਦਾ ਬਹੁਤ ਪ੍ਰਸੰਨ ਹੋ ਰਿਹਾ ਹੈ। ਮਹਾ ਕ੍ਰਿਪਨ ਕੋ ਜਿਮ ਨਿਧ ਪਾਈ। ਜਿਵੇਂ ਮਹਾਨ ਗਰੀਬ ਨੂੰ, ਛੋਮ ਨੂੰ ਜਿਹੜਾ ਖਜ਼ਾਨਾ ਪ੍ਰਾਪਤ ਹੋ ਜਾਵੇ ਤੇ ਲੁਕਾਉਂਦਾ ਹੈ, ਇਸ ਤਰ੍ਹਾਂ ਖੁਸ਼ੀ ਜਿਹੜੀ ਆਨੰਦ ਹੈ ਬੀਬੀ ਕੌਲਾਂ ਜੀ ਲੁਕਾਉਂਦੇ ਹਨ। ਰਖ ਅੰਤਰ ਵਹਿਰ ਨਾ ਵਿਦਤਾਵੈ। ਬਾਹਰ ਨਹੀਂ ਪ੍ਰਗਟ ਕੀਤਾ ਕੁਝ ਵੀ, ਆਪਦੇ ਮਨ ਵਿੱਚ ਹੀ ਗੱਲ ਪਚਾ ਲਈ, ਛੁਪਾ ਲਈ ਹੈ। ਉਪਰ ਤੇ ਨਿਜ ਪੀਰ ਜਨਾਵੈ। ਤੇ ਉੱਪਰੋਂ ਇਹ ਬੀਬੀ ਕੌਲਾ ਆਪਣੇ ਪੀੜ ਜਨਾਉਣਾ ਕਰਦੀ ਸਰੀਰ ਤੇ ਵੱਜੇ ਹੋਏ ਚਾਬੁਕਾਂ ਦੀ। ਬਾਰ ਬਾਰ ਬੋਲਤ ਮਹਤਾਰੀ। ਵਾਰ-ਵਾਰ ਜਿਹੜੀ ਮਾਈ ਹੈ ਉਹ ਬੋਲ ਕਿਸ ਕੌਲਾਂ ਦੇ ਤਾਈਂ ਕਹਿੰਦੀ ਹੈ। ਕਦਹਿ ਨਿਹੋਰਨ ਜਿਸ ਬਹੁ ਪਿਆਰੀ। ਭਾਵ ਕਾਜੀ ਨੂੰ ਮੰਦਾ ਬੋਲਦੀ ਤੇ ਪੁੱਤਰੀ ਨੂੰ ਦਲਾਸੇ ਦਿੰਦੀ ਹੈ, ਜਿਸ ਕਰਕੇ ਵਾਰ-ਵਾਰ ਉਹ ਕਾਜੀ ਦੀ ਪਤਨੀ, ਜਿਸ ਦੀ ਧੀ ਬੀਬੀ ਕੌਲਾਂ ਜੀ ਦੇ ਮਨ ਵਿੱਚ ਪੁੱਤਰੀ ਵਾਸਤੇ ਬੜਾ ਪ੍ਰੇਮ ਅਥਾਹ ਭਾਵਨਾ ਹੈ, ਮੋਹ ਛੁਪਿਆ ਹੋਇਆ ਹੈ। ਨਹਿ ਮਾਨਤ ਮੁਖ ਕੀਨ ਮਲੀਨਾ। ਤੋ ਇਸ ਤਰ੍ਹਾਂ ਇਹ ਬੀਬੀ ਕੌਲਾਂ ਜੀ ਉਸੇ ਤਰ੍ਹਾਂ ਹੀ ਵਿਹਾਰ ਕਰਦੇ ਆ ਆਪਦੀ ਮਾਈ ਨਾਲ ਵੀ ਮੈਨੂੰ ਕਾਜੀ ਨੇ ਕੁੱਟਿਆ ਹੋਇਆ ਹੈ, ਮੁਖ ਜਿਹੜਾ ਮੈਲਾ ਜਾ ਕੀਤਾ ਹੋਇਆ, ਭਾਵ ਮਾਯੂਸ ਜਾ ਕੀਤਾ ਹੋਇਆ ਹੈ। ਗੁਰੂ ਪ੍ਰੇਮ ਚੜ ਰੰਗ ਨਵੀਨਾ। ਪਰ ਹਿਰਦੇ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰੇਮ ਦਾ ਬੇਅੰਤ ਨਵਾਂ ਰੰਗ ਚੜਿਆ ਹੋਇਆ ਹੈ। ਨਿਸ ਮਹਿ ਪਰੀ ਪਰਮ ਦੁਖਿਆਰੀ। ਰਾਤ ਬਹੁਤ ਦੁੱਖ ਮਨ ਵਿੱਚ ਲੈ ਕਰਕੇ ਜਾਂ ਬਾਹਰਲੇ ਸਰੂਪ ਦਾ ਦੁੱਖ ਜਿਹੜਾ ਹੈ ਉਹ ਜਣਾਉਂਦੀ ਹੋਈ ਬੀਬੀ ਕੌਲਾਂ ਨੇ ਇੱਥੇ ਰਾਤ ਬਤੀਤ ਕੀਤੀ ਹੈ। ਹਾਏ ਹਾਏ ਕਬ ਕਰਤ ਉਚਾਰੀ। ਤੇ ਵਿਖਾਉਣ ਵਾਸਤੇ ਹਾਏ ਹਾਏ ਕਹਿ ਕਰਕੇ ਆਪਣਾ ਜਿਹੜਾ ਪੀੜਾ ਕੀਤੀ ਹੋਈ ਕਾਜੀ ਦੁਆਰਾ ਕੀਤਾ ਹੋਇਆ ਜ਼ੁਲਮ ਜਣਾਉਂਦੀ ਹੈ। ਵਹਿਰ ਪੀਰ ਕੋ ਕਰਤ ਜਨਾਵਨ। ਬਾਹਰਲੀ ਪੀੜ ਨੂੰ ਇਸ ਤਰ੍ਹਾਂ ਜਣਾ ਰਹੀ ਹੈ ਆਵਾਜ਼ੇ ਦੇ ਨਾਲ। ਗੂੜ ਪੀਰ ਨਹਿ ਕਰਹਿ ਸੁਨਾਵਨ। ਤੇ ਜਿਹੜਾ ਕਰਕ ਕਰੇਜੇ ਮਾਹੇ ਗੁਰੂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਸ਼ਨਾਂ ਦੀ ਹੈ ਉਹ ਪੀੜਾ ਨਹੀਂ ਜਣਾਉਣੀ ਕੀਤੀ, ਕੇਵਲ ਬਾਹਰੀ ਪੀੜਾ ਜਣਾ ਰਹੀ ਹੈ। ਤਨ ਛਾਦਿਓ ਲੈ ਬਸਤਰ ਵਿਸਾਲਾ। ਤੋ ਬਸਤਰ ਸੁੰਦਰ ਲੈ ਕਰਕੇ ਆਪਣਾ ਸਰੀਰ ਭਾਵ ਢੱਕ ਲੈਣਾ ਕੀਤਾ, ਰਾਤ ਦਾ ਬਰਾਜਣਾ ਕੀਤਾ ਹੈ। ਨਹੀਂ ਉਘਾਰਤ ਭੀ ਕਿਸ ਤੇ ਕਾਲਾ। ਕਿਸੇ ਸਮੇਂ ਵੀ ਉਹ ਬਸਤਰ ਨਾ ਪਾਉ, ਭਾਵ ਉੱਪਰ ਓੜਿਆ ਹੋਇਆ ਜਿਹੜਾ ਕੋਈ ਚਾਦਰਾ ਹੈ ਨਾ ਆਪਦੇ ਸਰੀਰ ਤੇ, ਉਹ ਕਿਸੇ ਸਮੇਂ ਵੀ ਮੂੰਹ ਤੋਂ ਨਹੀਂ ਲਾਉਂਦੀ ਹੈ ਬੀਬੀ ਕੌਲਾਂ, ਜੋ ਭਾਵ ਉਹ ਸਰੀਰ ਦੀ ਪੀੜ ਜਨਾਉਂਦੀ ਹੋਈ ਸਾਰਾ ਦਿਨ ਬੈੱਡ ਦੇ ਉੱਪਰ ਕਹਿ ਲਓ, ਪਲੰਘੇ ਉੱਪਰ ਕਹਿ ਲਓ, ਬਰਾਜੀ ਰਹਿੰਦੀ ਹੈ। ਦਿਵਸ ਆਗਲੇ ਕਾਜੀ ਸੰਗ। ਇੱਧਰ ਅਗਲਾ ਦਿਨ ਚੜ੍ਹਿਆ ਤੇ ਜਦੋਂ ਕਾਜੀ ਘਰ ਵਿੱਚ ਆਇਆ ਹੈ, ਕਾਜਨ ਲੜੀ ਕਰੇ ਬਦਰੰਗ। ਕਾਜਨ ਨੇ ਬਹੁਤ ਬਦਰੰਗ ਕੀਤਾ, ਇਹਨੂੰ ਭਾਵ ਬੇਰੰਗਾ ਕੀਤਾ, ਬਹੁਤ ਤਰ੍ਹਾਂ ਦੇ ਮਿਹਣੇ ਜਿਹੜੇ ਵੈ ਕਾਜੀ ਨੂੰ ਮਾਰੇ ਹਨ। ਭਾਈ ਮਰਦ ਅਬ ਰਹੋ ਸੁਖਾਰੇ। ਆਹ ਵੇਖ ਲੋ, ਮਰਨ ਵਾਸਤੇ ਪੁੱਤਰੀ ਪਈ ਹੈ, ਲੈ ਕਾਜੀ ਹੁਣ ਠੰਡ ਪੈ ਗਈ ਹੈ, ਹੁਣ ਤਾਂ ਤੁਸੀਂ ਸੌਖੇ ਹੋਵੋਗੇ। ਸਭ ਸ਼ਰੀਕ ਅਤ ਹਸਹਿ ਨਿਹਾਰੇ। ਲੋਕ ਵੇਖਣਗੇ ਸ਼ਰੀਕ ਤੇਰੇ ਤਾੜੀਆਂ ਮਾਰ ਹੱਸਣਗੇ, ਪੁੱਤਰੀ ਮਰਨਾਊ ਪਈ ਹੈ, ਕੁੱਟਣ ਤੋਂ ਝਗੜਨ ਤੋਂ ਬਾਅਦ ਕੀ ਮਿਲ ਗਿਆ ਤੈਨੂੰ। ਕਹੈ ਕਹਾਂ ਹੋ ਯਹ ਇਸ ਪਾਸ। ਜੇ ਕੋਈ ਪੁੱਛੂ ਤੇ ਕੀ ਆਖੂਗਾ ਵੀ ਇਹਨੂੰ ਕੀ ਹੋਇਆ, ਕੀ ਜਵਾਬ ਦੇਵੇਂਗਾ ਵੀ ਤੂੰ ਆਪਣੀ ਜਵਾਨ ਬੱਚੀ ਦੇ ਉੱਪਰ ਹੱਥ ਚੁੱਕਿਆ, ਉਹਨੂੰ ਕੁੱਟਿਆ ਮਾਰਿਆ ਹੈ। ਐਸੀ ਮਾਰ ਕਰੀ ਦੇ ਤਰਾਸ। ਆ ਵੇਖ ਲੈ ਇਹੋ ਜੀ ਕਿਹੜੀ ਗੱਲ ਹੋ ਗਈ ਆ, ਸਾਰੇ ਪੁੱਛਣਗੇ ਵੀ ਐਸੀ ਮਾਰ ਕੀਤੀ, ਇੰਨਾ ਕੁੱਟਿਆ ਮਾਰਿਆ ਪੁੱਤਰੀ ਨੂੰ। ਸੁਨ ਕਾਜੀ ਤੂਛਨ ਹੋਏ ਰਹਿਓ। ਤੋ ਕਵੀ ਜੀ ਕਹਿੰਦੇ ਕਾਜੀ ਸੁਣ ਕੇ ਨਾ ਕਾਜਣ ਤੋਂ ਲਾਭ ਪਵਾ ਕਰਾ ਕਰਕੇ ਚੁੱਪ ਕਰਕੇ ਬੈਠ ਗਿਆ ਹੈ। ਨਹਿ ਦਾਰਾ ਸੋ ਕਿਮ ਕਛ ਕਹਿਓ। ਅੱਗੋਂ ਕੋਈ ਵੀ ਜਵਾਬ ਜਿਹੜਾ ਹੈ ਉਹ ਕਾਜਣ ਨੂੰ ਭਾਵ ਆਪਣੀ ਪਤਨੀ ਨੂੰ ਨਹੀਂ ਦਿੱਤਾ ਹੈ, ਚੁੱਪਚਾਪ ਹੋ ਕਰਕੇ ਬਹਿ ਗਿਆ ਹੈ। ਇਸ ਤਰ੍ਹਾਂ ਤੋਂ ਇਸ ਤੋਂ ਬਾਅਦ ਫਿਰ ਜਿਵੇਂ ਸਾਈਂ ਮੀਆਂ ਮੀਰ ਜੀ ਦਾ ਲਾਹੌਰ ਆਉਣਾ, ਇੱਥੇ ਮਿਲਾਪ ਹੋਇਆ, ਉਹ ਸਾਰਾ ਪ੍ਰਸੰਗ ਜਿਹੜਾ ਵੈ ਸਤਿਗੁਰਾਂ ਦੇ ਦਰ ਕਰਦੀ ਸ਼ੋਭਾ ਅਗਲੇ ਦੀਵਾਨ ਵਿੱਚ ਜਿਹੜਾ ਵੈ ਉਹ ਪ੍ਰਸੰਨ ਹੋਏਗੀ। ਸੱਚੇ ਪਾਤਸ਼ਾਹ ਦਇਆ ਕਰਨ। ਇੱਥੇ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਗਰੀਬ ਨਵਾਜ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਕਹੈ ਕਹਾ ਹੋ ਯਹ ਇਸ ਪਾਸ। ਐਸੀ ਮਾਰ ਕਰੀ ਦੇ ਤਰਾਸ। ਸੁਨ ਕਾਜੀ ਤੂਛਨ ਹੋਏ ਰਹਿਓ। ਨਹਿ ਦਾਰਾ ਸੋ ਕਿਮ ਕਛ ਕਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।